देनी पई जी ਜਦੋਂ ਆਮ ਜਨਤਾ ਇਹਨਾਂ ਦੇ ਉਲਟ ਹੋ ਗਈ ਕਿ ਮਜਬੂਰੀ ਦੇਣੀ ਉਹ ਰਿਜ਼ਾਈਨ ਕਰ ਦਿੰਦੀ ਕਾਂਗਰਸ ਸਾਰੇ ਐਮਪੀ ਕਰਦੇ ਰਿਜ਼ਾਈਨ ਜਾ ਕੇ ਰਿਜ਼ਾਈਨ ਤੁਸੀਂ ਸਿਰਫ ਉੱਥੋਂ ਰਿਜ਼ਾਈਨ ਕੀਤਾ ਬੀਜੇਪੀ ਨੇ ਗਠਬੰਧਨ ਤੋੜਿਆ ਤੁਸੀਂ ਕਦੇ ਐਮਪੀ ਥੋੜੀ ਰਿਜ਼ਾਈਨ ਕੀਤਾ ਐਮਪੀ ਤੋਂ ਰਿਜ਼ਾਈਨ ਕਰੋ ਤੁਸੀਂ ਮੇਰੀ ਕਾਂਗਰਸ ਪਾਰਟੀ ਨੇ ਹੀ ਅੱਜ ਉਹਨਾਂ ਨੂੰ ਥੋੜੇ ਵੱਡੇ ਲੈਵਲ ਤੇ ਥੋੜੇ ਅੱਜ ਜਾ ਕੇ ਰਿਜ਼ਾਈਨ ਕਰਦੇ ਉੱਤੇ ਜਾ ਕੇ ਉਹ ਕਿਉਂ ਨਹੀਂ ਗਏ ਉੱਤੇ ਨਹੀਂ ਆਪਾਂ ਅੱਜ ਐਮਪੀ ਤੇ ਲੋਕ ਸਭਾ ਕਿਉਂ ਨਹੀਂ ਗਠਬੰਧਨ ਤੋੜਿਆ ਇਸ ਕਰਕੇ ਕਿ ਆਪਾਂ ਸੱਚੇ ਹੋ ਜਾਈਏ ਪੰਜਾਬ ਦੇ ਕਿਸਾਨਾਂ ਦੇ ਸਾਹਮਣੇ ਇਸ ਤੋਂ ਇਲਾਵਾ ਕੁਝ ਨਹੀਂ ਹੈ ਇਹ ਸਿਰਫ ਮਗਰਮੱਛ ਦੇ ਅੰਜੂ ਨੇ ਜਿਹੜੇ ਆਪਾਂ ਲੋਕਾਂ ਨੂੰ ਦਿਖਾਉਣ ਲਈ ਰੋ ਰਹੇ ਹਾਂ ਕਿ ਭਗਵੰਤ ਮਾਨ ਜੀ ਇੱਕ ਹਾस्य ਕਲਾਕਾਰ ਬਹੁਤ ਵਧੀਆ ਹੋ ਸਕਦੇ ਨੇ ਬਟ ਝੂਠ ਦਾ ਪਲਿੰਦਾ ਅਗਰ ਲੁਧਿਆਣਾ ਪੰਜਾਬ ਦੇ ਵਿੱਚ ਕਿਸੇ ਨੂੰ ਕਿਹਾ ਜਾਊਗਾ ਤੇ ਭਗਵੰਤ ਮਾਨ ਨੂੰ ਕਿਹਾ ਜਾਊਗਾ ਤੁਸੀਂ ਇਹ ਸਿੱਟ ਬਣਾਈ ਹੈ ਤੁਸੀਂ ਇੰਚਾਰਜ ਹੋ ਤੁਸੀਂ ਇਹ ਜਾਂਚ ਕਰਨੀ ਹੈ ਫ੍ਰੀ ਹੈਂਡ ਹੈ ਤੁਹਾਨੂੰ ਜਿੱਦਾਂ ਮਰਜ਼ੀ ਜਾਂਚ ਕਰ ਸਕਦੇ ਹੋ ਅਗਰ ਅਸੀਂ ਉਹਨਾਂ ਗੱਲਾਂ 'ਚ ਬਾਰ-ਬਾਰ ਇਨਵੋਲਵ ਹੋਈਏ ਉਹਨਾਂ ਨੂੰ ਇਨਫਲੂਐਂਸ ਕਰੀਏ ਤਾਂ ਅਸੀਂ ਗਲਤ ਹਾਂ ਅਸੀਂ ਉਹਨੂੰ ਫ੍ਰੀ ਹੈਂਡ ਮੇਰੇ ਕੋਲੇ ਕਾਪੀ ਆ ਤੁਸੀਂ ਇਹਦੀ ਇੰਸਟਰਕਸ਼ਨ ਪੜ੍ਹ ਕੇ ਦੇਖੋ ਹਾਈ ਕੋਰਟ ਨੇ ਇਸ ਬੰਦੇ ਬਾਰੇ ਕੀ ਕਿਹਾ ਇਹ ਬੰਦਾ ਦਿਮਾਗ ਤੋੜ ਕੇ ਵੀ ਸੈਂਟੀਮੈਂਟ ਲੱਗਦਾ ਕਿ ਇਹੋ ਜਿਹਾ ਹਰਕਤਾਂ ਕਰਦਾ ਸਰਕਾਰ ਨੂੰ ਕਰਨਾ ਪਏਗਾ ਕਿ ਇਸ ਮੁੱਦਿਆਂ ਤੋਂ ਹਟ ਕੇ ਜਿਹੜੇ ਆਮ ਬੰਦਿਆਂ ਦੇ ਮੁੱਦੇ ਨੇ ਉਹਨਾਂ ਨੂੰ ਵੀ ਟੈਸਟ ਕਰਨਾ ਪਏਗਾ ਜੋ ਸਰਕਾਰ ਨੇ ਕਿਹਾ ਸੀ ਕਿ 5 ਰੁਪਏ ਬਿਜਲੀ ਕਰਾਂਗੇ ਹਾਲੇ ਤੱਕ ਨਹੀਂ ਹੋਈ ਪਾਰਟੀਆਂ ਵੋਟਿੰਗ ਕਰ ਰਹੀ ਆਮ ਲੋਕਾਂ ਦਾ ਕੋਈ ਭਲਾ ਨਹੀਂ ਹੋਇਆ ਦੇਖੋ ਪੈਟਰੋਲ ਕਿੰਨਾ ਕੀ ਰੇਟ ਹੈ ਹਿਮਾਚਲ ਦੀ ਕੀ ਰੇਟ ਹੈ ਹਰਿਆਣਾ ਦੀ ਰੇਟ ਹੈ ਸਾਡੇ ਨਾਲ ਦੀ ਅੱਜ ਦਾ ਮੁੱਦਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਰਜੇਸ਼ ਮਹਿਰਾ ਅੱਜ ਇੱਕ ਬੜੇ ਅਹਿਮ ਮੁੱਦੇ ਤੇ ਗੱਲ ਕਰਾਂਗੇ ਮੁੱਦਾ ਹੈ ਇੱਕ ਦੂਜੇ ਦੇ ਇਲਜ਼ਾਮਾਂ ਦਾ ਕੌਣ ਇਲਜ਼ਾਮ ਲਾ ਰਿਹਾ ਸਿਆਸਤਦਾਨ ਇਹ ਤਾਂ ਪਤਾ ਹੀ ਆ ਕਿ ਇੱਕ ਦੂਜੇ ਤੇ ਇਲਜ਼ਾਮ ਲਾਉਂਦੇ ਨੇ ਪਰ ਬੜੇ ਵੱਡੇ ਗੰਭੀਰ ਜਦੋਂ ਇਲਜ਼ਾਮ ਲੱਗਦੇ ਨੇ ਤੇ ਉੱਤੇ ਵਿਚਾਰ ਕਰਨਾ ਲਾਜ਼ਮੀ ਹੈ ਅੱਜ ਅਸੀਂ ਭਗਵੰਤ ਮਾਨ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਪ੍ਰਧਾਨ ਨੇ ਪੰਜਾਬ ਦੇ ਉਹਨਾਂ ਨੇ ਦੋਨਾਂ ਪਾਰਟੀਆਂ ਤੇ ਸੂਬਾ ਸਰਕਾਰ ਦੇ ਕੈਪਟਨ ਤੇ ਅਤੇ ਪਿਛਲੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਇਲਜ਼ਾਮ ਲਾ ਦਿੱਤਾ ਬਲਕਿ ਪੂਰਾ ਬਾਦਲ ਪਰਿਵਾਰ ਤੇ ਇਲਜ਼ਾਮ ਲਾ ਦਿੱਤਾ ਕਿ ਇਹਨਾਂ ਦੋਨਾਂ ਦੀ ਮਿਲੀ ਭਗਤ ਹੈ ਕਿਉਂਕਿ ਇਹ ਮਿਲੀ ਭਗਤ ਅੱਜ ਸਾਹਮਣੇ ਆ ਗਈ ਹੈ ਜਦੋਂ ਕਹਿੰਦੇ 9 ਅਪ੍ਰੈਲ ਨੂੰ ਮਾਨਯੋਗ ਅਦਾਲਤ ਵੱਲੋਂ ਆਈਜੀ ਵਿਜੇ ਕੁਮਾਰ ਪ੍ਰਤਾਪ ਵੱਲੋਂ ਜਿਹੜੀ ਸਿੱਟ ਪੇਸ਼ ਕੀਤੀ ਗਈ ਸੀ ਉਹ ਖਾਰਜ ਕਰ ਦਿੱਤੀ ਗਈ ਹੈ ਉਹ ਕਹਿੰਦੇ ਉਹਨਾਂ ਨੇ ਜਿਹੜੇ ਬੇਗੁਨਾਹ ਨੇ ਉਹਨਾਂ ਦਾ ਸਾਥ ਦੇਣ ਦੀ ਬਜਾਏ ਗੁਨਾਹਗਾਰਾਂ ਦਾ ਸਾਥ ਦੇਣਾ ਪਸੰਦ ਕਰ ਰਹੇ ਨੇ ਕੈਪਟਨ ਸਾਹਿਬ ਇਹ ਇਲਜ਼ਾਮ ਲਾ ਰਹੇ ਨੇ ਭਗਵੰਤ ਮਾਨ ਇੱਥੇ ਗੱਲ ਕਰਾਂਗੇ ਦੂਸਰਾ ਇੱਕ ਪਾਸੇ ਤਾਂ ਸਿੱਟ ਖਾਰਜ ਕਰਕੇ ਕੁਮਾਰ ਵਿਜੇ ਪ੍ਰਤਾਪ ਆਪਣੇ ਅਹੁਦੇ ਤੋਂ ਅਸਤੀਫਾ ਦਿੰਦੇ ਨੇ ਦੂਜੇ ਪਾਸੇ ਅੱਜ ਸ਼੍ਰੀ ਹਰਿਮੰਦਰ ਸਾਹਿਬ ਦੇ ਬਾਹਰ ਮੇਨ ਪ੍ਰਵੇਸ਼ ਤੇ ਹਰਿਆਣਾ ਪ੍ਰਬੰਧਕ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਉਹਨਾਂ ਨੂੰ 골ਡ ਮੈਡਲ ਦੇ ਕੇ ਸਨਮਾਨਿਤ ਕਰਦੇ ਨੇ ਇੱਕ ਇੱਧਰ ਜਾ ਰਹੀ ਹੈ ਰਾਜਨੀਤੀ ਇਹਦਾ ਕੀ ਮਤਲਬ ਹੈ 골ਡ ਮੈਡਲ ਦੇ ਕੇ ਸਨਮਾਨਿਤ ਕਰਨਾ ਤੇ ਉੱਥੇ ਉਹਨਾਂ ਨੇ ਕੀ ਕੁਝ ਕਿਹਾ ਉਹ ਵੀ ਤੁਹਾਨੂੰ ਸੁਣਾਵਾਂਗੇ ਤੇ ਇੱਥੇ ਵਿਚਾਰ ਚਰਚਾ ਵੀ ਕਰਾਂਗੇ ਕਿ ਅੱਜ ਦੀ ਰਾਜਨੀਤੀ ਹੁਣ ਕਿੱਧਰ ਮੋੜ ਲੈ ਰਹੀ ਹੈ ਨਤਮਸਤਕ ਹੋ ਕੇ ਮੈਂ ਇੱਥੇ ਆਇਆ ਮੈਨੂੰ ਬਹੁਤ ਚੰਗਾ ਮਹਿਸੂਸ ਹੋਇਆ ਅੱਛਾ ਲੱਗਿਆ ਕਿ ਜੋ ਮੈਂ ਕੀਤਾ ਮੈਂ ਨਹੀਂ ਕਹਿ ਸਕਦਾ ਹਾਂ ਕਿ ਹਾਂ मैं क्लेम नहीं करता हाँ कि मैं कोई कुर्बानी की थी नौकरी छड़ के लेकिन मेरी नौकरी गई श्री गुरु ग्रंथ साहब जी की सेवा करते हुए मैनू इस चीज़ का बहुत मान है कि श्री गुरु ग्रंथ साहब जी की सेवा करते हुए अपनी नौकरी छड़ दी अपनी नौकरी गंवा दी मैनू कोई अफसोस नहीं है मैनू बहुत मान है इस गल का कि श्री गुरु ग्रंथ साहब जी की सेवा करते हुए मेरी नौकरी चली गई ये तो सिर्फ नौकरी है जदों मैं इन्वेस्टिगेशन शुरू किया सी मैनू ये भी पता सी कि मेरी नौकरी भी जा सकती है मेरी जान भी जा सकती है क्योंकि तुहानू पता है कि दोषी जड़े ने मैं उन्हों का ना ही नहीं लेंदा असल दोषी जड़े ने वो बहुत ही इन्फ्लुएंशियल बहुत ही पावरफुल बहुत ही पैसे वाले ने वो सब कुछ खरीद सकते हैं उन्होंने इस मुल्क के संविधान की भी हत्या करा दी है मर्डर कराया है मुल्क दे उन्होंने जो लोग देखो गुरु की गल उन्होंने वास्ते नहीं है लेकिन मैनू उम्मीद सी कि जो संविधान के रखवाले सीगे वो जरूर इंसाफ करेंगे लेकिन इंसाफ मिलिया नहीं मैनू ये भी आज इत्थे कंदे हुए कोई भी मैनू हेजिटेशन नहीं है हैरानी नहीं है देखो इस केस दे विच देखो तुसी जो कानून है ना साडा ये जड़ा कानून है कॉलोनियल लॉ है कॉलोनियल लॉ अंग्रेजी कानून जिन्हों असीं कहते हाँ
अंग्रेजी कानून के तहत इस केस के विच इंसाफ नहीं होना है, हो ही नहीं सकता है अंग्रेजी कानून के तहत। ये मेरा दावा है। दूसरा मैं ये कहूँगा, देखो कि जो री इन्वेस्टिगेशन की गल कर रहे हैं, दोबारा इन्वेस्टिगेशन, तुसी एक सीट बना लो, 2 बना लो, CBI ले आओ, तुसी जो मर्जी ले आओ, री इन्वेस्टिगेशन हो नहीं सकता है। टाइम पास जरूर होगा, लोगों को मूर्ख जरूर बनाया जाएगा। दूसरी गल यह है कि जो चलान मैं दिता सी, जो रिपोर्ट, ना तो वो रिपोर्ट सरकार नू गई सी, कई लोगों को लिखा है कि ये रिपोर्ट सरकार नू दिती गई सी, ना ही ये रिपोर्ट मानजोग हाई कोर्ट दे विच दाखिल हुई सी। साडी रिपोर्ट 9 चलाना के रूप दे विच फरीदकोट की मानजोग जिला अदालत दे विच दाखिल की गई सी। उन्हां 9 चलाना चो 5 चलान जिहड़े ने उन्होंने क्वैश कर दिता गया है, खारिज किया गया है। 4 चलान हुण भी जिंदा ने, ठीक है कि नहीं। लेकिन मैं ये कहूँगा हाँ कि देखो, जो रिपोर्ट दी गई है वो रिपोर्ट मानजोग जिला अदालत फरीदकोट दे विच है। मैनू ये पता नहीं है कि वो रिपोर्ट किस तरह, मतलब बिना रिपोर्ट देखे हुए जो फैसला आया है, मैं फैसला ना तो पढ़िया हाँ, ना मैनू पढ़ना है, ना ही मतलब मैनू उसकी लोड़ है। मैनू पहला तो पता सी, ठीक है, इस दे बारे पहला तो पता सी, तो मैं उस दे उत्ते कोई किंतु परंतु नहीं करना चाहता हाँ, कोई किंतु परंतु नहीं। जो फैसला आया है मानजोग हाई कोर्ट का, जो फैसला है उस दे नाल मैनू कोई भी, सुनो तो सही, मेरी गल तो सुनो, मैं जो ऑर्डर आया है, ऑर्डर दे उत्ते कोई भी मैं बयान नहीं देना चाहता हाँ, उस दे उत्ते कोई भी मैं तर्क वितर्क असी नहीं करना चाहता हाँ। इस विचारां ते चर्चा करने ਲਈ ਮੇਰੇ ਪੈਨਲ ਦੇ ਵਿੱਚ ਮੌਜੂਦ ਨੇ। ਸਭ ਤੋਂ ਪਹਿਲਾਂ ਸੀਨੀਅਰ ਪੱਤਰਕਾਰ ਤੁਹਾਨੂੰ ਰੂਬਰੂ ਕਰਾਵਾਂਗਾ ਕਰਨ ਕਪੂਰ ਜੀ, ਬਹੁਤ ਬਹੁਤ ਸਵਾਗਤ ਹੈ ਜੀ। ਦੂਸਰਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਕਮਲਜੀਤ ਸਿੰਘ ਢਿੱਲੋਂ ਜੀ, ਸਵਾਗਤ ਹੈ ਜੀ ਤੁਹਾਡਾ। ਤੀਸਰੇ ਸਾਡੇ ਨਾਲ ਮੌਜੂਦ ਨੇ ਯੂਥ ਕਾਂਗਰਸ ਦੇ ਸਪੋਕਸਮੈਨ ਕਮਲ ਸਿੱਕਾ ਜੀ। ਸਿੱਕਾ ਜੀ, ਸਵਾਗਤ ਹੈ ਤੁਹਾਡਾ। ਥੈਂਕ ਯੂ ਜੀ। ਢਿੱਲੋਂ ਸਾਹਿਬ, ਕੀ ਵਾਕਈ ਭਗਵੰਤ ਮਾਨ ਦਾ ਇਹ ਜਿਹੜਾ ਇਲਜ਼ਾਮ ਲਗਾਇਆ ਗਿਆ, ਗੰਭੀਰ ਇਲਜ਼ਾਮ ਹੈ, ਉਹ ਕਹਿੰਦੇ ਕਿ ਦੁਬਈ ਦੇ ਵਿੱਚ ਸਮਝੌਤਾ ਹੋਇਆ ਸੀ, ਉਹ ਕਹਿੰਦੇ ਇਹ ਸਮਝੌਤਾ ਜਿਹੜਾ ਹੈ ਸਾਹਮਣੇ ਆ ਰਿਹਾ, ਕੀ ਕਹਿਣਾ ਚਾਹੋਗੇ? ਦੇਖੋ ਮਹਿਰਾ ਸਾਹਿਬ, ਪਹਿਲੀ ਗੱਲ ਤਾਂ ਹੈ ਭਗਵੰਤ ਮਾਨ ਵਰਗੇ ਇਸ ਲੀਡਰ ਨੂੰ ਕੋਈ ਸੀਰੀਅਸ ਪੰਜਾਬ ਵਿੱਚ ਲੈਂਦਾ ਹੀ ਨਹੀਂ ਹੈਗਾ। ਜਿਹੜੀਆਂ ਇਲਜ਼ਾਮਬਾਜ਼ੀਆਂ ਅੱਜ ਤੱਕ ਇਹ ਆਮ ਆਦਮੀ ਪਾਰਟੀ ਝਾੜੂ ਵਾਲਿਆਂ ਨੇ ਲਾਏ ਸਾਡੀਆਂ ਪਾਰਟੀਆਂ ਦੇ, ਇਹ ਬੜੇ ਬੇਗੁਨਾਹ ਨੇ। ਜਿਹੜੀ ਗੱਲ ਕਰਦੇ ਆ ਇਹ ਤਾਂ ਇੱਥੇ ਤੱਕ ਝੂਠ ਬੋਲਦੇ ਆ, ਤਾਂ ਆਪਣੀ ਸਟੇਜ ਤੇ ਆਪਣੀ ਮਾਂ ਦੀ ਝੂਠੀ ਸਹੁੰ ਖਾ ਕੇ ਸ਼ਰਾਬ ਛੱਡਣ ਦਾ ਵੀ ਕਰ ਗਏ ਸੀ, ਜਿਹੜੀ ਅੱਜ ਇਹ ਸਾਡੇ ਤੇ ਕਰਾਈ ਹੁੰਦੀ ਗੱਲ ਕਰਦੇ ਨੇ। ਨਹੀਂ, ਕੋਈ ਇਹ ਦੁਬਈ 'ਚ ਸਮਝੌਤਾ ਹੋਇਆ ਸੀ ਜਿਹੜੀ ਉਹ ਗੱਲ ਕਰ ਰਹੇ? ਬੇਬੁਨਿਆਦ ਗੱਲਾਂ ਨੇ, ਮਨ ਧੜਕ ਗੱਲਾਂ ਨੇ। ਗੱਲਾਂ ਤਾਂ ਬੜੀਆਂ ਇਹਨਾਂ ਨੇ ਬਣਾਈਆਂ ਵੀ ਸੁਖਬੀਰ ਸਿੰਘ ਬਾਦਲ ਬੋਨ ਬ੍ਰੈਡ ਕੰਪਨੀ ਕੋ 4 ਹਿੱਸਾ ਲੈਂਦਾ, ਹੀਰੋ ਕੰਪਨੀ ਕੋ ਹਿੱਸਾ ਲੈਂਦਾ, ਕਿੰਨੇ ਇਹਨਾਂ ਨੇ ਝੂਠ ਬੋਲੇ ਉਦੋਂ। ਮਗਰ ਇਹ ਬੇਬੁਨਿਆਦ ਗੱਲਾਂ ਨੇ, ਇਹਨਾਂ ਲੋਕਾਂ ਨੂੰ ਕੋਈ ਸੀਰੀਅਸ ਨਹੀਂ ਲੈਂਦਾ। ਇਹਨਾਂ ਨੂੰ ਆਪਣਾ ਅੰਤ ਪਤਾ ਵੀ ਸਾਡਾ ਅੰਤ 0 ਆ। 4 ਐਮਪੀਆਂ ਤੋਂ ਇਹ ਸਿੰਗਲ ਐਮਪੀ ਤੇ ਆ ਗਏ ਨੇ। ਇਹਨਾਂ ਨੂੰ ਕੋਈ ਪੰਜਾਬ 'ਚ ਮੂੰਹ ਲਾ ਕੇ ਰਾਜੀ ਨਹੀਂ ਹੈਗਾ। ਦਿੱਲੀ 'ਚ ਇਹਨਾਂ ਦਾ ਉਹ ਜਲੂਸ ਨਿਕਲਿਆ ਪਿਆ। ਉਸ ਰੋਲ ਜਿਹੜੇ ਦਿੱਲੀ ਰੋਲ ਮਾਡਲ ਦੀ ਗੱਲ ਕਰਦੇ, ਉਹ ਪੂਰੀ ਤਰ੍ਹਾਂ ਪੰਜਾਬ 'ਚ ਵੀ ਇਹਨਾਂ ਦਾ ਫੇਲ ਹੋ ਚੁੱਕਾ। ਇਹ ਫੇਲੀਅਰ ਲੋਕ ਨੇ। ਹੁਣ ਇਹਨਾਂ ਨੂੰ ਬਸ ਇਹ ਹੈ ਕਿਸੇ ਤਰ੍ਹਾਂ ਝੂਠ ਬੋਲੀਏ, ਲੋਕਾਂ ਨੂੰ ਭਰਮ 'ਚ ਪਾ ਕੇ ਅਸੀਂ ਕੁਛ ਆਪਣੇ ਦੁਆਰਾ ਐਮਐਲਏ ਜਿਤਾ ਕੇ ਕਿਸੇ ਲਾਈਨ 'ਚ ਲੱਗ ਜਾਈਏ। ਮਗਰ ਐਤਕੀ ਪੰਜਾਬ ਦੇ ਲੋਕਾਂ ਨੇ ਇਹ ਤਹਈਆ ਕਰ ਲਿਆ। ਇਹਨਾਂ ਨੂੰ ਬਿਲਕੁਲ ਮੂੰਹ ਨਹੀਂ ਲਾਣਾ। ਸਪਸ਼ਟ 2022 'ਚ ਸ਼੍ਰੋਮਣੀ ਅਕਾਲੀ ਦਲ ਸਰਕਾਰ ਬਣਨੀ ਤੈਅ ਹੈ। ਐਤਕੀ ਜੇ ਤੁਸੀਂ ਗੱਲ ਕਰੀ 2017 ਦੇ ਵਿੱਚ, ਤੇ ਉਹ ਤੇ ਵਿਰੋਧੀ ਧਿਰ ਦੇ ਵੱਡਾ ਧਿਰਾ ਆਪਣਾ ਨਿਕਲੇ 22 ਸੀਟਾਂ ਨੂੰ ਆ ਗਈਆਂ, ਤੁਸੀਂ ਤੀਜੀ ਧਿਰ ਤੇ ਆ ਗਏ ਹੋ। ਮੇਰਾ ਸਾਹਿਬ ਝੂਠ ਬਹੁਤ ਬੋਲਿਆ ਗਿਆ, ਚਿੱਟੇ ਝੂਠ ਬੋਲਿਆ ਲੋਕਾਂ ਗਿਆ, ਨੂੰ ਗੁੰਮਰਾਹ ਕੀਤਾ ਗਿਆ। ਗੁੰਮਰਾਹ ਇੰਨਾ ਕੀਤਾ ਗਿਆ, ਚਿੱਟੇ ਝੂਠ ਬੋਲਿਆ ਗਿਆ। ਤੁਹਾਡੇ ਸਾਹਮਣੇ ਇਹਨਾਂ ਦਾ ਮੁੱਖ ਮੰਤਰੀ ਆ ਕਿ ਉਹ ਚਿੱਟੇ ਦੇ ਅੰਮ੍ਰਿਤਸਰ ਸਾਹਿਬ ਬਿਕਰਮ ਸਿੰਘ ਮਜੀਠੇ ਕੋ ਮਾਫੀ ਤੱਕ ਮੰਗ ਕੇ ਗਿਆ। ਇਹ ਤਾਂ ਉਹ ਲੋਕ ਨੇ ਜਿਹੜੇ ਝੂਠ ਬੋਲ ਕੇ ਮੁੜ ਕੇ ਮਾਫੀ ਮੰਗ ਕੇ ਕਮੈਂਟ ਲਾ ਰਿਹਾ। ਰੀਸੈਂਟਲੀ ਹੁਣੇ ਪ੍ਰਧਾਨ ਮੰਤਰੀ ਕੋ ਮਾਫੀ ਮੰਗ ਕੇ ਪਿਆ। ਇਹਨਾਂ ਲੋਕਾਂ ਦਾ ਕੋਈ ਵਿਸ਼ਵਾਸ ਨਹੀਂ, ਇਹ ਝੂਠ ਦੀ ਤਵਾਰ ਹੈ, ਕਦੇ ਇਹਨਾਂ ਦਾ ਕੋਈ ਵਿਸ਼ਵਾਸ ਨਹੀਂ ਸੀ ਕਰ ਸਕਦੇ। ਚਲੋ ਹਾਂਜੀ, ਕਮਲ ਜੀ, ਤੁਸੀਂ ਵੀ ਕਾਂਗਰਸ ਦੇ ਆਗੂ ਹੋ, ਕੀ ਵਾਕਈ ਜਿਹੜਾ ਭਗਵੰਤ ਮਾਨ ਨੇ ਗੱਲ ਕੀਤੀ ਹੈ ਉਹ 'ਚ ਕੋਈ ਸੱਚਾਈ ਹੈ? ਕਿਉਂਕਿ ਉਹਨੇ ਪ੍ਰੈਸ ਕਾਨਫਰੰਸ ਕਰਕੇ ਗੱਲ ਕੀਤੀ ਹੈ, ਏਦਾਂ ਕੋਈ ਬਿਆਨ ਨਹੀਂ ਦਿੱਤਾ। ਮੈਂ ਇਸ ਕਰਕੇ ਉਹਨੂੰ ਗੰਭੀਰਤਾ ਨਾਲ ਲੈ ਰਿਹਾ। ਸਰ, ਮੈਂ ਤਾਂ ਇੱਕੋ ਹੀ ਗੱਲ ਕਹਿਣਾ ਚਾਹੁੰਦਾ ਕਿ ਭਗਵੰਤ ਮਾਨ ਜੀ ਇੱਕ ਹਾस्य ਕਲਾਕਾਰ ਬਹੁਤ ਵਧੀਆ ਹੋ ਸਕਦੇ ਨੇ, ਬਟ ਝੂਠ ਦਾ ਪਲਿੰਦਾ ਅਗਰ ਲੁਧਿਆਣਾ ਪੰਜਾਬ ਦੇ ਵਿੱਚ ਕਿਸੇ ਨੂੰ ਕਿਹਾ ਜਾਊਗਾ ਤੇ ਭਗਵੰਤ ਮਾਨ ਨੂੰ ਕਿਹਾ ਜਾਊਗਾ। ਜਿੱਦਾਂ ਕਿ ਮੇਰੇ ਸਾਥੀ ਵੀਰ ਨੇ ਦੱਸਿਆ ਕਿ ਉਹ ਸਟੇਜ ਤੇ ਕਰਕੇ ਸੌਂਹਾਂ ਤੱਕ ਖਾ ਲੈਂਦੇ ਨੇ ਸ਼ਰਾਬ ਛੱਡਣ ਦੀਆਂ। ਉਹ ਲਗਾਤਾਰ ਪਿਛੜਦੇ ਜਾ ਰਹੇ। ਜਿਹੜੇ ਦਿੱਲੀ ਮਾਡਲ ਨੂੰ ਦਿਖਾ ਕੇ ਪੰਜਾਬ ਵਿੱਚ ਜਿੱਤ ਹਾਸਲ ਕਰਨਾ ਚਾਹੁੰਦੇ ਸੀ, ਠੀਕ ਹੈ, ਅੱਜ ਉਹ ਦਿੱਲੀ ਮਾਡਲ ਦਾ ਸਾਰੀ ਪੋਲ ਖੁੱਲ ਚੁੱਕੀ ਹੈ। ਠੀਕ ਹੈ, ਇਸ ਕਰਕੇ ਸਾਰੀਆਂ ਗੱਲਾਂ ਬੇਬੁਨਿਆਦ ਨੇ, ਉਹਨਾਂ ਨੂੰ ਸੀਰੀਅਸ ਨਹੀਂ ਲਿਆ ਜਾਣਾ ਚਾਹੀਦਾ।
ਦੇਖੋ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਝੂਠ ਬੋਲ ਕੇ, ਲੋਕਾਂ ਨੇ ਉਹਨਾਂ ਨੂੰ ਦੁਬਾਰਾ ਜਿਤਾਇਆ ਔਰ ਸਭ ਤੋਂ ਵੱਡੀ ਜਿਹੜੀ ਜਿੱਤ ਹੈਗੀ ਆ ਉਹਨਾਂ ਦੀ ਆਪਣੀ ਐਮਪੀ ਦੀ ਹੋਈ ਆ ਔਰ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਔਰ ਕਾਂਗਰਸ ਦੋਨਾਂ ਨੂੰ ਹਰਾਇਆ। ਇਸ ਕਰਕੇ ਲੋਕ ਜਿਹੜੀ ਆ ਇਹ ਨਹੀਂ ਹੈ ਕਿ ਕੋਈ ਇੱਕ ਵਾਰੀ ਗੁੰਮਰਾਹ ਹੋ ਗਿਆ, ਉਹਨੇ ਦੂਜੀ ਵਾਰੀ ਫਿਰ ਬਹੁਤ ਵੱਡੀ ਜਿੱਤ ਪ੍ਰਾਪਤ ਕੀਤੀ ਆ। ਇਸ ਕਰਕੇ ਗੰਭੀਰਤਾ ਨਾਲ ਲੈ ਰਹੇ ਆ ਕਿ ਤੁਸੀਂ ਸਮਝਦੇ ਹੋ ਵੀ ਇਹ ਬਿਲਕੁਲ ਝੂਠ ਦੇ ਪਲੰਦਾ ਹੈ, ਤਾਂ ਇੰਨੇ ਲੱਖਾਂ ਲੋਕ ਉਹਨਾਂ ਨੂੰ ਵੋਟਾਂ ਪਾਉਂਦੇ ਆ। ਨਹੀਂ, ਤੁਸੀਂ ਅਗਰ ਆંકੜੇ ਦੇਖੋ, ਪਹਿਲੀ ਵਾਰੀ ਇਹਨੇ 4 ਐਮਪੀ ਸੀ ਤੇ ਇਹ ਕਿਸੇ 1 ਲੱਖ ਤੋਂ ਜ਼ਿਆਦਾ ਵੋਟਾਂ ਜਿੱਤੇ ਸੀ। ਦੂਸਰੀ ਵਾਰੀ ਐਮਪੀ ਵੀ ਇੱਕ ਰਹਿ ਗਿਆ ਤੇ ਵੋਟਾਂ ਵੀ ਆਈ 25-26 ਹਜ਼ਾਰ ਰਹਿ ਗਈਆਂ ਤੇ ਤੀਸਰੀ ਵਾਰੀ ਮੈਨੂੰ ਲੱਗਦਾ ਇਹਨਾਂ ਨੂੰ ਸਾਫ਼ ਹੀ ਕਰ ਦੇਣਾ ਪੰਜਾਬ ਦੇ ਵਿੱਚੋਂ, ਪੰਜਾਬ ਦੀ ਜਨਤਾ ਨੇ। ਚਲੋ ਮੈਂ ਕਰਨ ਜੀ ਨੂੰ ਪੁੱਛਦਾ। ਹਾਂਜੀ ਕਪੂਰ ਸਾਹਿਬ, ਕੀ ਕਹਿਣਾ ਚਾਹੋਗੇ? ਇਹ ਜੋ ਭਗਵੰਤ ਮਾਨ ਨੇ ਪ੍ਰੈਸ ਕਾਨਫਰੰਸ ਕਰਕੇ ਖੁਲਾਸਾ ਕੀਤਾ ਕਿ ਡੁਬਈ ਸਮਝੌਤੇ ਦੇ ਵਿੱਚ ਕੈਪਟਨ ਦਾ ਔਰ ਸੁਖਬੀਰ ਦਾ ਸਮਝੌਤਾ ਹੋਇਆ ਸੀ, ਇਸ ਕਰਕੇ ਉਹ ਪੁਖਤਾ ਤਾਂ ਕਹਿੰਦੇ ਵੀ ਅਦਾਲਤ ਦੇ ਸਾਹਮਣੇ ਆ ਗਿਆ। ਹੁਣ ਉਹ ਭਗਵੰਤ ਮਾਨ ਨੇ ਇਹ ਵੀ ਕਲੀਅਰ ਕੀਤਾ ਵੀ ਕਿਦੋਂ ਹੋਇਆ ਸਮਝੌਤਾ। ਬਹੁਤ ਪਹਿਲਾਂ ਹੋਇਆ ਸੀ ਜਦੋਂ ਕਹਿੰਦੇ ਜਦੋਂ ਤੇ ਅੱਜ ਤੱਕ ਭਗਵੰਤ ਮਾਨ ਜੀ ਸੁੱਤੇ ਜੀ ਫਿਰ। ਹਾਂ, ਇਹ ਵੀ ਜਵਾਬ ਦੇਣ ਭਗਵੰਤ ਮਾਨ ਜੀ। ਇਹ ਸਿਰਫ ਰਾਜਨੀਤੀ ਹੋ ਰਹੀ ਹੈ ਪੰਜਾਬ ਦੇ ਵਿੱਚ ਹਰ ਪਾਰਟੀ ਵੱਲੋਂ ਜੀ। ਕੋਈ ਪਾਰਟੀ ਐਸੀ ਨਹੀਂ ਹੈ ਜਿਹੜੀ ਨਹੀਂ ਕਰ ਰਹੀ ਗੱਲ। ਤੇ ਉੱਥੇ 5 ਸਾਲ ਹੋਰ ਪੂਰਾ ਹੋਣ ਨੂੰ ਆ ਰਹੇ ਆ ਜੀ। ਤੇ ਲੋਕਾਂ ਦਾ ਜਿਹੜਾ ਗੁੱਸਾ ਸੀ ਜਾਂ ਲੋਕਾਂ ਨੇ ਜਿਹੜਾ ਇਨਸਾਫ ਮੰਗਿਆ ਸੀ, ਜਿਸ ਕਰਕੇ ਸਰਕਾਰ ਵੀ ਆਈ ਸੀ ਤੇ ਅਕਾਲੀ ਦਲ ਨੂੰ ਲਾਸ ਵੀ ਹੋਇਆ ਸੀ, ਤੇ ਇਹ ਸਾਰੀ ਗੱਲਾਂ ਤਾਂ ਉੱਥੇ ਖੜੀਆਂ ਨਾ। ਉਹ ਸਿੱਟ ਦਾ ਨਤੀਜਾ ਕੁਝ ਨਿਕਲਿਆ, ਕੋਰਟ ਦੇ ਵਿੱਚ ਜਾ ਕੇ ਤੁਹਾਡੀ ਖਾਰਿਜ ਹੋ ਗਈ। ਹੁਣ ਤੁਸੀਂ ਕਹਿੰਦੇ ਮੈਂ ਨਵੀਂ ਬਣਾਵਾਂਗਾ। ਸਿਰਫ ਰਾਜਨੀਤੀ, ਔਰ ਲੱਗਦਾ ਕਿ ਪੰਜਾਬ ਦੇ ਵਿੱਚ ਪੋਲੀਟੀਕਲ ਪਾਰਟੀਆਂ ਨੂੰ ਲੱਗਦਾ ਵੀ ਹੋਰ ਕੋਈ ਮੁੱਦਾ ਹੀ ਨਹੀਂ ਹੈਗਾ। ਇਹੀ ਮੁੱਦਾ ਦੁਬਾਰਾ ਪਿਛਲੀ ਵਾਰੀ ਸੀ, ਹੁਣ ਇਲੈਕਸ਼ਨ ਆਉਣ ਵਾਲੇ ਫਿਰ ਉਹੀ ਮੁੱਦਾ। ਇਹ ਤੇ ਲੋਕਾਂ ਨੂੰ ਦੇਖਣਾ ਪਏਗਾ ਕਿ ਕਿਸ ਤਰ੍ਹਾਂ ਦੀ ਪਾਰਟੀ ਜਾਂ ਕਿਸ ਤਰ੍ਹਾਂ ਦਾ ਇਨਸਾਨ ਅਸੀਂ ਜਿਤਾਣਾ ਹੈ, ਜਿਹੜਾ ਲੋਕਾਂ ਦੀ ਵੀ ਜਿਹੜੀ ਮੁਸ਼ਕਲਾਂ ਆਈਆਂ ਉਹਦਾ ਤਾਂ ਵੀ ਮੁੱਦਾ ਦੱਸੇ। ਠੀਕ ਹੈ, ਇਹ ਇੱਥੇ ਇਨਸਾਫ ਮਿਲਣਾ ਚਾਹੀਦਾ, ਲੇਕਿਨ ਕਾਫੀ ਦੇਰ ਹੋ ਗਈ ਹੈ ਹੁਣ ਤੇ। ਹੁਣ ਸਿਰਫ ਮੈਨੂੰ ਲੱਗਦਾ ਕਿ ਇੱਥੇ ਪੋਲਿਟਿਕਸ ਹੀ ਹੋ ਰਹੀ ਹੈ। ਚਲੋ ਸਾਹਿਬ, ਜਿਸ ਤਰੀਕੇ ਨਾਲ ਇਹ ਗੱਲ ਕਰ ਰਹੇ ਇਨਸਾਫ ਮਿਲਣਾ ਚਾਹੀਦਾ, ਹਜੇ ਤੱਕ ਸਿੱਟ ਵਾਪਸ ਹੋ ਗਈ। ਹੁਣ ਉਹਨਾਂ ਨੇ ਅਦਾਲਤ ਨੇ ਕਹਿਤਾ 6 ਮਹੀਨੇ ਦੇ ਤੁਸੀਂ ਸਿੱਟ ਬਣਾਓ। ਹਾਲੇ ਤੱਕ ਸਿੱਟ ਦੁਆਰਾ ਮੈਨੂੰ ਲੱਗਦਾ ਕੈਬਨਿਟ ਮੀਟਿੰਗ ਹੋਈ ਹੈ, ਹਾਲੇ ਤੱਕ ਉਹਨਾਂ ਦੇ ਮੈਂਬਰ ਨਹੀਂ ਪੂਰੇ ਹੋਏ ਔਰ ਉਹ ਅਦਾਲਤ ਨੇ ਕਿਹਾ ਵੀ 6 ਮਹੀਨੇ ਦੇ ਵਿੱਚ ਮੈਨੂੰ ਜਵਾਬ ਚਾਹੀਦਾ, ਨਾ ਬਦਲਣਾ ਚਾਹੀਦਾ ਨਾ ਕੋਈ ਤੁਸੀਂ ਪ੍ਰੈਸ 'ਚ ਜਾਣਾ, ਨਾ ਮੀਡੀਆ ਜਾਣਾ, ਪ੍ਰੋਪਰ ਮੈਨੂੰ ਇਨਕੁਆਇਰੀ ਦਿਓ। ਲੇਕਿਨ ਸਵਾਲ ਇੱਕੋ ਹੀ ਹੈ, ਉਹ ਕਹਿੰਦੇ ਜਿਹੜੇ 2 ਨੌਜਵਾਨ ਉੱਥੇ ਸ਼ਹੀਦ ਹੋਏ ਸੀ ਉਹਨਾਂ ਨੂੰ ਇਨਸਾਫ ਕਦੋਂ ਮਿਲੇਗਾ? ਇਨਸਾਫ ਦੀ ਗੱਲ ਚੱਲ ਰਹੀ ਹੈ, ਮੇਰਾ ਸਾਹਿਬ ਨਾ ਕਿ ਇਹ ਸਿਆਸਤ ਦੀ ਗੱਲ ਚੱਲ ਰਹੀ ਹੈ। ਮੇਰਾ ਸਾਹਿਬ ਇਹ ਬੜਾ ਗੰਭੀਰ ਮਸਲਾ ਜੀ। ਅਸੀਂ ਵੀ ਚਾਹੁੰਦੇ ਹਾਂ ਇਨਸਾਫ ਹੋਣਾ ਚਾਹੀਦਾ ਪੰਜਾਬ ਨੂੰ। ਉਸ ਬੇਅਦਬੀ ਮਾਮਲੇ ਦੇ ਵਿੱਚ, ਉਹ ਗੋਲੀकांड ਮਾਮਲੇ ਵਿੱਚ ਇਨਸਾਫ ਹੋਣਾ ਚਾਹੀਦਾ। ਉਹ ਸਿੰਘਾਂ ਜਿਹੜੇ ਸ਼ਹੀਦ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ। ਜਿਹੜੀ ਗੁਰੂ ਦੀ ਬੇਅਦਬੀ ਉਹਨੂੰ ਇਨਸਾਫ ਮਿਲਣਾ ਚਾਹੀਦਾ। ਮਗਰ ਜਿਹੜੀ ਇਸ ਤੇ ਜਿਹੜੀ ਸਿਆਸਤ ਹੋ ਰਹੀ ਹੈ ਬਹੁਤ ਗਲਤ ਹੋਰ ਤਰੀਕੇ ਨਾਲ ਹੋ ਰਹੀ ਹੈ। ਦੇਖੋ, ਨਾ ਤਾਂ ਅਸੀਂ ਸਿੱਟੇ ਬਣਾਈ ਸੀ, ਨਾ ਅਸੀਂ ਇਹਦੇ ਖਿਲਾਫ ਕਦੀ ਹਾਈ ਕੋਰਟ ਗਏ ਸੀ। ਇਹਨਾਂ ਨੇ ਸਿੱਟ ਬਣਾਈ। ਇਹਨਾਂ ਨੇ ਪਹਿਲਾਂ ਉਹਦੇ ਵਿੱਚ 4 ਮੈਂਬਰ ਆਪਣੇ 5 ਮੈਂਬਰੀ ਕਮੇਟੀ ਬਣਾਈ। ਉਹ 5 ਮੈਂਬਰੀ ਕਮੇਟੀ ਜਵਾਬ ਦੇ, ਉਹਨਾਂ ਵਿੱਚ 4 ਮੈਂਬਰ ਇਹ ਜਵਾਬ ਦੇ ਰਹੇ ਕਿ ਇਹ ਕੁੰਵਰ ਵਿਜੇ ਪ੍ਰਤਾਪ ਜੀ ਟਰੈਕ ਤੋਂ ਪਰੇ ਹੋ ਕੇ ਜਿਹੜੀ ਕਰ ਰਹੇ ਇਨਕੁਆਇਰੀ ਇਹ ਗਲਤ ਹੈ। ਉਸ ਤੋਂ ਬਾਅਦ ਉਹ ਪਾਸੇ ਹੋ ਗਏ, ਕੱਲੇ ਇਹ ਕੁੰਵਰ ਵਿਜੇ ਪ੍ਰਤਾਪ ਜੀ ਹੀਰੋ ਬਣਨ ਤੁਰ ਪਏ ਆਪਣੇ ਆਪ ਨੂੰ ਲੈ ਕੇ। ਉਹਨਾਂ ਦੇਖੋ, ਇਹਨਾਂ ਦੇ ਜੂਨੀਅਰ ਮੁਲਾਜ਼ਮ ਨੇ ਉੱਥੇ ਕੋਰਟ 'ਚ ਅਰਜੀ ਦਾਖਲ ਕੀਤੀ। ਕੋਰਟ ਨੂੰ ਦੇਖੋ ਇੰਨਾ ਸਟ੍ਰਿਕਟ ਫੈਸਲਾ ਇਹਦੇ ਖਿਲਾਫ ਬੰਦੇ ਦੇ ਲੈਣਾ ਪੈ ਗਿਆ। ਇਹ 'ਚ ਦੱਸੋ ਇਹਦਾ ਫੇਲਿਅਰ ਸੀ ਇਸ ਬੰਦੇ ਦਾ ਕਿ ਇਹ ਆਪਣਾ ਹੀਰੋ ਸਾਬਤ ਕਰਨਾ ਚਾਹ ਰਿਹਾ ਸੀਗਾ? ਜੇ ਤੂੰ ਇਨਸਾਫ ਕਰਨ ਆਇਆ, ਤੂੰ ਉਸ ਗੋਲੀकांड ਦੇ ਉਹ ਬੰਦਿਆਂ ਤੋਂ ਫੜਦਾ ਵੀ ਇਹ ਬੰਦੇ ਮੈਂ ਫੜ ਲਏ ਵੀ ਇਹਨਾਂ ਨੇ ਗੋਲੀ ਚਲਾਈ ਸੀ। ਅੱਜ ਤੱਕ ਕੋਈ ਬੰਦੇ ਦਾ ਫੜੇ ਨਹੀਂ ਗਏ। ਇਹ ਇਸ ਕਰਕੇ ਇਹ ਆਪਣੇ ਆਪ ਨੂੰ ਇੱਕ ਪੋਲੀਟੀਕਲੀ ਮੋਟਿਵਲੀ ਉਸ ਪਾਸੇ ਯੂਜ਼ ਕਰਨਾ ਚਾਹ ਰਿਹਾ ਕਿ ਕੱਲ ਨੂੰ ਮੈਂ ਉਸ ਪਲੇਟਫਾਰਮ ਤੇ ਇਲੈਕਸ਼ਨ ਲੜਾਂ ਜਾਂ ਕਿਸੇ ਪਾਰਟੀ ਨਾਲ ਜਾ ਕੇ ਸਮਝੌਤਾ ਕਰਕੇ ਆਪਣੇ ਹੀਰੋਜ਼ ਕੋ ਬਣਨਾ ਚਾਹੁੰਦਾ ਸੀ। ਮਗਰ ਮਾਨਯੋਗ ਹਾਈ ਕੋਰਟ ਨੇ ਇਹਦੇ ਮੂੰਹ ਤੇ ਉਹ ਚਪੇੜ ਮਾਰੀ ਹੈ, ਜ਼ਿੰਦਗੀ 'ਚ ਬੰਦਾ ਯਾਦ ਰੱਖੇਗਾ ਵੀ ਮੈਨੂੰ ਇੰਨਾ ਧੱਕਾਰਿਆ ਗਿਆ। ਤੁਸੀਂ ਹਾਈ ਕੋਰਟ ਦੀ ਮੇਰੇ ਕੋਲੇ ਕਾਪੀ ਆ, ਤੁਸੀਂ ਇਹਦੀ ਇੰਸਟਰਕਸ਼ਨ ਪੜ੍ਹ ਕੇ ਦੇਖੋ ਹਾਈ ਕੋਰਟ ਨੇ ਇਸ ਬੰਦੇ ਬਾਰੇ ਕੀ ਕਿਹਾ। ਇਹ ਬੰਦਾ ਦਿਮਾਗ ਤੌਰ ਤੇ ਵੀ ਸੈਂਟੀਮੈਂਟ ਲੱਗਦਾ ਕਿ ਇਹੋ ਜਿਹੀ ਹਰਕਤਾਂ ਕਰਦਾ ਪਿਆ। ਦੇਖੋ, ਅਸੀਂ ਤਾਂ ਆਪ ਤੁਹਾਨੂੰ ਪਹਿਲੇ ਅੱਗੇ ਤੁਹਾਡੇ ਮੈਂ ਚੈਨਲ ਦੇ ਮਾਧਿਅਮ ਨਾਲ ਦੱਸਦਾ, ਅਸੀਂ ਖੁਦ ਚਾਹੁੰਦੇ ਹਾਂ ਜਿਹਨੇ ਬੇਅਦਬੀ ਕੀਤੀ ਉਹਦਾ ਕੱਖ ਨਾ ਰਹੇ, ਜਿਹਨੇ ਕਰਾਈ ਉਹਦਾ ਕੱਖ ਨਾ ਰਹੇ, ਜਿਹਨੇ ਰਾਜਨੀਤੀ ਕੀਤੀ ਉਹਦਾ ਵੀ ਕੱਖ ਨਹੀਂ ਇੱਥੇ ਰਹਿਣਾ। ਅਸੀਂ ਖੁਦ ਚਾਹੁੰਦੇ ਹਾਂ ਕਿ ਸਿੱਟ ਬਣੇ, ਉਹ ਸੁਪਰੀਮ ਕੋਰਟ ਦੇ ਕੋਈ ਮਾਨਯੋਗ ਜੱਜ ਸਾਹਿਬ, ਮੌਜੂਦਾ ਜੱਜ ਸਾਹਿਬ ਹੋਣ ਜਾਂ ਆਈਜੀ ਤੋਂ ਉੱਪਰ ਵੱਡੇ ਅਫਸਰ ਹੋਣ, ਇਹਦੀ ਇਨਕੁਆਇਰੀ ਕਰਕੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਕੇ ਲੋਕਾਂ ਨੇ ਸਾਹ ਮਿਲਣਾ ਚਾਹੀਦਾ। ਅਸੀਂ ਤਾਂ ਆਪ ਚਾਹੁੰਦੇ ਹਾਂ, ਸਾਨੂੰ ਜਿੱਥੇ ਸਹਿਯੋਗ ਕਰਕੇ ਅਸੀਂ ਨਾਲ ਖੜਨ ਨੂੰ ਤਿਆਰ ਹਾਂ ਇਹਨਾਂ ਦੇ। ਮਗਰ ਇਹ ਉਸ ਗੱਲ ਦੇ ਬਾਰ-ਬਾਰ ਅਕਾਲੀ ਦਲ ਨੂੰ ਲੈ ਕੇ ਆ ਰਿਹਾ। ਅਸੀਂ ਤੁਹਾਨੂੰ ਫਿਰ ਵੀ ਉਹੀ ਕਹਿਣਾ, ਨਾ ਅਸੀਂ ਸਿੱਟ ਬਣਾਈ ਨਾ ਸਿੱਟ ਦੇ ਅਸੀਂ ਖਿਲਾਫ ਗਏ ਹਾਂ। ਅਸੀਂ ਤਾਂ ਇੱਥੋਂ ਤੱਕ ਹੀ ਇਹਦਾ ਕੁੰਵਰ ਵਿਜੇ ਪ੍ਰਤਾਪ ਦਾ, ਪ੍ਰਮੋਦ ਕੁਮਾਰ ਜੀ ਦਾ, ਵੱਡੇ ਬਾਦਸ਼ਾਹ ਨੇ ਬਿਆਨ ਵੀ ਦਿੱਤੇ। ਅਸੀਂ ਜਿੱਥੇ ਜੋ ਸਾਡੇ ਕੋਲ ਪੁੱਛਣਾ ਸਕੇ ਪੁੱਛੋ ਤੁਸੀਂ। ਮਗਰ ਇਹ ਟਰੈਕ ਤੋਂ ਪਰੇ ਹੋ ਕੇ ਕਿਸੇ ਲੋਕਾਂ ਦੇ ਰਾਜਨੀਤਿਕ ਲੋਕਾਂ ਹੱਥਾਂ 'ਚ ਖੇਡ ਰਿਹਾ ਉਹ ਬੰਦਾ ਸੀ ਜਿਹਨੂੰ ਕੋਰਟ ਨੇ ਉਹ ਲੱਤ ਮਾਰੀ ਹੈ, ਜ਼ਿੰਦਗੀ ਯਾਦ ਰੱਖੇਗਾ।
ਦੇਖੋ ਢਿੱਲੋਂ ਸਾਹਿਬ ਆਈਜੀਓ ਸਰਕਾਰ ਦੇ ਸਗੇ ਨੁਮਾਇੰਦੇ, ਕਿਉਂਕਿ ਜਿਹੜਾ ਵੀ ਅਫਸਰ ਹੁੰਦਾ ਸਰਕਾਰ ਦੇ ਅਧੀਨ ਹੁੰਦਾ, ਲੇਕਿਨ ਸਰਕਾਰ ਨੇ ਸਿੱਟ ਬਣਾਈ ਸੀ। 4 ਬੰਦੇ ਤੁਸੀਂ ਗੱਲ ਕੀਤੀ, ਉਸਨੇ ਕੁਮਰ ਵਿਜੇ ਪ੍ਰਤਾਪ ਨੂੰ ਜ਼ਰੂਰ ਉਹਨਾਂ ਨੇ ਇੰਚਾਰਜ ਬਾਅਦ ਚ ਲਾ ਦਿੱਤਾ ਸੀ ਵੀ ਇਹ ਦੇਊਗਾ, ਲੇਕਿਨ ਮਾਨਯੋਗ ਅਦਾਲਤ ਨੇ ਇਹਦੇ ਬਾਰੇ ਬਹੁਤ ਵਾਕਈ ਕਈ ਚੀਜ਼ਾਂ ਜਿਹੜੀਆਂ ਲਿਖੀਆਂ ਉਹ ਬਹੁਤ ਮੰਦਭਾਗੀਆਂ, ਔਰ ਉਹਨਾਂ ਨੂੰ ਇਹ ਵੀ ਕਿਹਾ ਵੀ ਇਹਨੂੰ ਦੁਬਾਰਾ ਵੀ ਕਿਸੇ ਵੀ ਸਿੱਟ 'ਚ ਰੱਖਿਆ ਨਾ ਜਾਵੇ। ਮੇਰਾ ਸਾਹਿਬ ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਪ੍ਰਮੋਦ ਕੁਮਾਰ ਜੀ ਵੱਡੇ ਜਿਹੜੇ ਉਹ ਡੀਜੀਪੀ ਰੈਂਕ ਦੇ ਅਫਸਰ ਸੀਗੇ, ਉਹਨਾਂ ਨੂੰ ਕਿਉਂ ਇਹ ਮੁੱਖ ਮੰਤਰੀ ਸਾਹਿਬ ਨੇ ਐਫੀਡੇਵਿਟ ਦੇਣਾ ਪੈ ਗਿਆ ਵੀ ਇਹ ਜਿਹੜਾ ਇਨਸਾਨ ਆ ਇਹ ਬੜਾ ਜਿਹੜੀ ਇਹਦੀ ਸਹੀ ਇਨਕੁਆਰੀ ਹੋਣੀ ਚਾਹੀਦੀ ਉਹ ਨਹੀਂ ਕਰ ਰਹੇ। ਉਹ ਕਿਉਂ ਉਹਨਾਂ ਨੇ ਇਹ ਬਿਆਨ ਦਿੱਤਾ ਕਿ ਸਾਨੂੰ ਇਸ ਸਟੇਟ ਤੋਂ ਪਰੇ ਕਰ ਦਿੱਤਾ ਜਾਵੇ। ਇਹਦੇ ਵਿੱਚ ਉਹਨਾਂ ਨੂੰ ਪਤਾ ਸੀ ਇਹ ਮਨਘੜਤ ਗੱਲਾਂ, ਮਨਘੜਤ ਕਹਾਣੀਆਂ ਕਿ ਅਕਸ਼ੇ ਕੁਮਾਰ ਨੂੰ ਲਿਆਣਾ, ਉਹ ਤੋਂ ਪੁੱਛਣ ਲੱਗ ਗਿਆ ਵੀ ਇਹ ਬਾਦਲ ਸਾਹਿਬ ਨੇ ਰਾਤ ਨੂੰ ਕਿਉਂ ਮੁੜ ਕੇ ਇੱਕ ਸਟੇਟ ਦਾ ਮੁੱਖ ਮੰਤਰੀ ਕਿਸੇ ਟਾਈਮ ਵੀ ਕਿਸੇ ਵੀ ਅਫਸਰ ਨੂੰ ਜਾ ਕੇ ਤਲਬ ਕਰੇ, ਪੁੱਛ ਸਕਦਾ ਵੀ ਮੇਰੀ ਸਟੇਟ 'ਚ ਜਿਹੜੀ ਪ੍ਰੋਬਲਮ ਹੈਗੀ ਆ ਉਹਦੇ ਬਾਰੇ ਮੈਨੂੰ ਦੱਸੋ, ਫੋਨ ਕਰ ਸਕਦਾ। ਇਹਦੇ ਵਿੱਚ ਇਹ ਥੋੜੀ ਕਿ ਉਹ ਮੁੱਖ ਮੰਤਰੀ ਆਰਡਰ ਦੇ ਦੂਗਾ। ਦੇਖੋ ਮੇਰਾ ਸਾਹਿਬ ਤੁਹਾਡੀ ਗੱਲ ਨੂੰ ਇੱਥੇ ਇੱਕ ਮੈਂ ਹੋਰ ਗੱਲ, ਅਸੀਂ ਪੰਥਕ ਪਾਰਟੀ ਦੇ ਅਸੀਂ ਲੋਕ ਹਾਂ, ਅਸੀਂ ਸਾਡੀ ਸਰਕਾਰਾਂ ਚੱਲਦੀਆਂ, ਕਿਹੜਾ ਮੁੱਖ ਮੰਤਰੀ ਉਹ ਪਾਗਲ ਇਨਸਾਨ ਹੋਊਗਾ ਜਿਹੜਾ ਇਹੋ ਜਿਹਾ ਕਾਂਡ ਕਰਕੇ ਆਪਣੀ ਕੁਰਸੀ ਲੱਤ ਮਾਰੂਗਾ? ਇਹਦਾ ਮਨਘੜਤ ਕਹਾਣੀਆਂ ਬਣਾ ਕੇ ਇਹ ਝਾੜੂ ਵਾਲੇ ਹੋ ਗਏ, ਇਹ ਕਾਂਗਰਸ ਪਾਰਟੀ ਹੋਵੇ, ਇਕੱਠੇ ਹੋ ਗਏ, ਇਹਨਾਂ ਨੇ ਇਹੋ ਜਿਹਾ ਬਣਾਤਾ ਕਿ ਬੇਅਦਬੀ ਹੋ ਗਈ। ਕੈਪਟਨ ਸਰਕਾਰ ਦੀ 46 ਵਾਰ ਬੇਅਦਬੀ ਹੋ ਗਈ ਹੈ। ਹੁਣ ਉੱਤੇ ਕਿਉਂ ਨਹੀਂ ਸੱਟ ਬਣੀ ਜੀ? ਉਹਦਾ ਕਿਉਂ ਨਹੀਂ ਜਾਂਚ ਹੋਈ? ਉਸ ਤੋਂ ਬਾਅਦ ਜਦੋਂ ਕੈਪਟਨ ਸਾਹਿਬ ਪਿਛਲੀ ਵਾਰ ਮੁੱਖ ਮੰਤਰੀ ਟ੍ਰਾਈਜੈਂਟ ਕੰਪਨੀ ਫੈਕਟਰੀ ਦੇ ਬਾਹਰ ਕਿਸਾਨਾਂ ਧਰਨਾ ਲੱਗਾ ਸੀ, 4 ਕਿਸਾਨ ਸ਼ਹੀਦ ਹੋ ਗਏ ਸੀ, ਉਦੋਂ ਕਿਉਂ ਨਹੀਂ ਕੈਪਟਨ ਸਾਹਿਬ ਤੇ ਮੁਕੱਦਮਾ? ਇਹ ਕੀ ਇਹ ਬੀਂਗੇ ਇਹ ਸੀਐਮ ਇਨਵੋਲਵ ਹੁੰਦਾ ਦੇ ਵਿੱਚ? ਇਹ ਤਾਂ ਐਵੇਂ ਭੜਕਾਉਣ ਲਈ, ਲੋਕਾਂ ਦੇ ਜਜ਼ਬਾਤਾਂ ਨਾਲ ਖੇਡਣ ਲਈ ਇਹੋ ਜਿਹੇ ਪੰਥਕ ਦਾਦੂਵਾਲ ਵਰਗਿਆਂ ਨੂੰ ਯੂਜ਼ ਕੀਤਾ ਜਾਂਦਾ। ਦਾਦੂਵਾਲ ਜੇ ਅੱਜ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਣੀ ਚਾਹਾਂਗਾ, ਹਰਿਆਣਾ ਕਮੇਟੀ ਦਾ ਪ੍ਰਧਾਨ ਹੈ, ਤੁਸੀਂ ਮੇਰੀ ਇੱਕ ਬੇਨਤੀ ਸੁਣੋ, ਹਰਿਆਣਾ ਕਮੇਟੀ ਦਾ ਪ੍ਰਧਾਨ ਹੈ, ਕਿਸਾਨਾਂ ਦਾ ਧਰਨਾ ਲੱਗਿਆ, ਸਾਡੀ ਸ਼੍ਰੋਮਣੀ ਕਮੇਟੀ ਅੰਮ੍ਰਿਤਸਰ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਥੇ ਕਿਸਾਨਾਂ ਨਾਲ ਮੋਢੇ ਲਾ ਕੇ ਖੜੀ ਹੈ। ਇਹ ਹਰਿਆਣਾ ਕਮੇਟੀ ਉੱਥੇ ਕੀ ਕਰ ਰਹੀ ਹੈ? ਉੱਥੇ ਇਹ ਤਾਂ ਸਿਰਫ ਲੋਕਾਂ ਨਾਲ ਖੇਡਦਾ ਕਰ ਰਿਹਾ। ਪਰਸਨਲ ਮਾਮਲਾ। ਹਾਂਜੀ, ਤੁਹਾਡੇ ਤੇ ਇਲਜ਼ਾਮ ਲੱਗੇ ਕਾਂਗਰਸ ਤੇ ਵੀ ਕੈਪਟਨ ਸਾਹਿਬ ਦੀ ਮਿਲੀ ਭਗਤ ਹੈ, ਕੈਪਟਨ ਸਾਹਿਬ ਨੇ ਹੀ ਇਹ ਸਿੱਟ ਬਣਾਈ ਸੀ, ਕੈਪਟਨ ਸਾਹਿਬ ਦੇ ਇਸ਼ਾਰੇ ਤੇ ਸਾਰਾ ਕੁਝ ਹੋ ਰਿਹਾ, ਕੀ ਮੰਨਦੇ ਹੋ? ਸਹੀ ਨਹੀਂ, ਇਹ ਬਿਲਕੁਲ ਬੇਬੁਨਿਆਦੀ ਗੱਲਾਂ ਨੇ। ਕੈਪਟਨ ਸਾਹਿਬ ਨੇ ਸਿੱਟ ਬਣਾਈ ਸੀ, ਲੇਕਿਨ ਇਹ ਬਿਲਕੁਲ ਨਿਸ਼ਪੱਖ ਜਾਂਚ ਹੋਈ ਹੈ। ਮਾਨਯੋਗ ਹਾਈ ਕੋਰਟ ਦਾ ਜੋ ਫੈਸਲਾ ਹੈ, ਠੀਕ ਹੈ, ਉਹ ਜੋ ਉਹਨਾਂ ਨੇ ਦਿੱਤਾ ਅਸੀਂ ਸਾਡੇ ਸਿਰ ਮੱਥੇ, ਅਸੀਂ ਕਹਿੰਦੇ ਕੈਪਟਨ ਸਾਹਿਬ ਨੇ ਕਿਹਾ ਅਸੀਂ ਦੁਬਾਰਾ ਸਿੱਟ ਬਣਾਵਾਂਗੇ, ਠੀਕ ਹੈ ਜੀ, ਤੇ ਅਸੀਂ ਉਹ ਜਿਹੜਾ ਫੈਸਲਾ ਮਾਨਯੋਗ ਹਾਈ ਕੋਰਟ ਨੇ ਦਿੱਤਾ ਅਸੀਂ ਉਹਨੂੰ ਚੈਲੰਜ ਵੀ ਕਰ ਸਕਦੇ ਹਾਂ ਜੀ ਆਉਣ ਵਾਲੇ ਟਾਈਮ 'ਚ। ਕੀਤਾ ਤਾਂ ਨਹੀਂ ਅੱਜ ਤੱਕ, ਬਸ ਜਲਦੀ ਸਿੱਟ ਬਣ ਜੂਗੀ ਜੀ, ਹੋ ਜਾਊਗਾ ਜੀ। ਨਹੀਂ ਫਿਰ ਇਹ ਸਿੱਟ ਤੇ ਸਿੱਟ ਬੰਦੀ ਰਹੂਗੀ ਤੇ ਤੁਹਾਨੂੰ ਸਾਹਬ ਕਿਦੋਂ ਮਿਲੇਗਾ? ਮੈਂ ਆਪਣੇ ਵੀਰ ਨੂੰ ਸੁਣਨਾ, ਇਹਦਾ ਆਰਡਰ ਆ ਗਿਆ, ਇਹਦਾ ਆਰਡਰ ਆਏ ਨੂੰ ਵੀ ਅਜੇ 4 ਦਿਨ ਹੋ ਗਏ, ਤੁਹਾਡੇ ਕਿਸੇ ਹਲੇ ਵਕੀਲ ਨੇ ਅਪਲਾਈ ਕਰਕੇ ਹਲੇ ਤੱਕ ਸੁਪਰੀਮ ਕੋਰਟ ਜਾਣ ਦੀ ਗੱਲ ਨਹੀਂ ਕੀਤੀ। ਬਿਲਕੁਲ ਲੇਕਿਨ ਮਾਨਯੋਗ ਹਾਈ ਕੋਰਟ ਨੇ ਜਿਹੜਾ ਆਰਡਰ ਦਿੱਤਾ ਉਹਦੇ ਤੇ ਸਿੱਟ ਬਣ ਕੇ ਉਹਨੂੰ ਚੈਲੰਜ ਜ਼ਰੂਰ ਕੀਤਾ ਜਾਏਗਾ ਜੀ। ਕਿਉਂਕਿ ਨਿਸ਼ਪੱਖ ਜਾਂਚ ਇਹ ਸਿੱਟ ਤੋਂ ਬਣਨ ਤੋਂ ਪਹਿਲਾਂ ਵੀ ਚੈਲੰਜ ਹੋ ਸਕਦਾ, ਸਿੱਟ ਬਣਨ ਤੋਂ ਪਹਿਲਾਂ ਵੀ ਚੈਲੰਜ ਹੋ ਸਕਦਾ, ਬਟ ਜੋ ਸਰਕਾਰਾਂ ਨੂੰ ਜੋ ਇਹ ਸਿੱਟ ਦੇ ਬੰਦਿਆਂ ਨੂੰ ਜਿਹੜੀ ਸਿੱਟ ਬਣਾਵਾਂਗੇ ਸਾਰਿਆਂ ਦੀ ਰਜਾਮੰਦੀ ਨਾਲ ਬਣਾਵਾਂਗੇ, ਕਿਸੇ ਨੂੰ ਇਤਰਾਜ਼ ਨਾ ਹੋਵੇ ਕੱਲ ਨੂੰ, ਕਿਉਂਕਿ ਤੁਹਾਡੀ ਅਕਾਲੀ ਦਲ ਪਾਰਟੀ ਜਾਂ ਆਮ ਆਦਮੀ ਪਾਰਟੀ ਇਹ ਕਹਿ ਦਿੰਦੀ ਹੈ ਕਿ ਜਿਹੜੀ ਸਿੱਟ ਹੈ ਉਹਦੀ ਨਿਸ਼ਪੱਖ ਜਾਂਚ ਨਹੀਂ ਹੋਈ। ਉਹ ਸਰਕਾਰ ਨੇ ਬਣਾਈ, ਉਹ ਤਾਂ ਉਦੋਂ ਤੋਂ ਕਹਿ ਰਹੇ ਆ, ਉਹ ਤਾਂ ਪਹਿਲਾਂ ਹੀ ਕਹਿੰਦੇ ਸੀ ਕੋਈ ਸਿੱਟੀ ਜੱਜ ਤਾਂ ਹੋਣੀ ਚਾਹੀਦੀ ਆ, ਇਸ ਕਰਕੇ ਇੱਥੇ ਪਹਿਲਾਂ ਹੀ ਆਈ ਜੀ ਤੇ ਉੱਪਰ ਤੇ ਉਹ ਤੋਂ ਪਹਿਲਾਂ ਹੀ ਨਿਸ਼ਾਨ ਲਗਾ ਰਹੇ ਸੀ ਸ਼੍ਰੋਮਣੀ ਅਕਾਲੀ ਦਲ। ਹੁਣ ਤਾਂ ਅਦਾਲਤ ਨੇ ਬਹੁਤ ਵੱਡਾ ਫੈਸਲਾ ਜਿਹੜਾ ਲਿਆ, ਉਸ ਤੋਂ ਸਿਆਸਤ ਜਿਹੜੀ ਹੁਣ ਇਸ ਵੇਲੇ ਇੱਕ ਕਿਸਮ ਦਾ ਪੁਚਾਲ ਆ ਗਿਆ। ਮੇਰਾ ਸਾਹਿਬ ਇਹਨਾਂ ਦੀ ਗੱਲ ਦਾ ਜਵਾਬ ਦੇਣਾ, ਇਹਨਾਂ ਨੇ ਜਿਹੜੀ ਪਹਿਲਾਂ ਇੱਕ ਰਣਜੀਤ ਸਿੰਘ ਕਮਿਸ਼ਨ ਬਣਾਇਆ ਸੀ, ਉਹਦੇ 50 ਨੰਬਰ ਪੇਜ ਤੇ ਬਕਾਇਦਾ ਰਣਜੀਤ ਸਿੰਘ ਕਮਿਸ਼ਨ ਨੇ ਕਿਹਾ ਕਿ ਬਾਦਲ ਪਰਿਵਾਰ ਦਾ ਜਾਂ ਮੁੱਖ ਮੰਤਰੀ ਉਸ ਮੌਜੂਦਾ ਇਸ ਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਹੈਗਾ। ਫਿਰ ਵੀ ਇਹ ਅਫਸਰ ਆਪਣੇ ਉਹਨੂੰ ਇੰਨਾ ਸੁਪਰ ਕੌਪ ਬਣਦਾ ਰਿਹਾ, ਜੋ ਇਹਨਾਂ ਨੂੰ ਆਪਣੇ ਜਾਖੜ ਸਾਹਿਬ ਨੇ ਕਹਿਤਾ, ਜੋ ਸੁਖੀ ਰੰਧਾਵਾ ਜੀ ਨੇ ਕਹਿਤਾ ਉਹੀ ਲਿਖਣ ਲੱਗ ਗਿਆ। ਅੱਜ ਤੁਸੀਂ ਦੱਸੋ, ਕੋਈ ਐਵੀਡੈਂਸ ਤੋਂ ਬਗੈਰ ਜੇ ਤੁਸੀਂ ਇੱਕ ਮਨਘੜਤ ਕਹਾਣੀ ਉਹਨਾਂ ਦਾ ਕੋਰਟ ਐਵੀਡੈਂਸ ਮੰਗਦਾ, ਅਗਲਾ ਚੱਕ ਕੇ ਬਾਹਰ ਮਾਰਦਾ, ਮਾਰਿਆ ਉਹਨੇ, ਇਹ ਕਿਉਂ ਇਹਨੂੰ ਅਸਤੀਫਾ ਦੇਣਾ ਪੈ ਗਿਆ? ਜੇ ਇਹਨੇ ਸੱਚਾ ਸੀ ਤਾਂ ਆਪਣੀ ਉਸ ਰਹਿੰਦਾ ਉਹਦੇ ਵਿੱਚ। ਇਹਦਾ ਮਤਲਬ ਹਾਂਜੀ ਅਸਤੀਫਾ ਦੇਣ ਦੇ ਕਈ ਕਾਰਨ ਹੋ ਸਕਦੇ ਆ। ਅਗਰ ਉਹਨਾਂ ਨੂੰ ਫ੍ਰੀ ਹੈਂਡ ਦਿੱਤਾ ਗਿਆ ਸੀ ਕਿ ਅਗਰ ਤੁਸੀਂ ਇਹ ਸਿੱਟ ਬਣਾਈ ਹੈ, ਤੁਸੀਂ ਇੰਚਾਰਜ ਹੋ, ਤੁਸੀਂ ਇਹ ਜਾਂਚ ਕਰਨੀ ਹੈ, ਫ੍ਰੀ ਹੈਂਡ ਹੈ, ਤੁਹਾਨੂੰ ਜਿੱਦਾਂ ਮਰਜ਼ੀ ਜਾਂਚ ਕਰ ਸਕਦੇ ਹੋ। ਅਗਰ ਅਸੀਂ ਉਹਨਾਂ ਗੱਲਾਂ 'ਚ ਬਾਰ-ਬਾਰ ਇਨਵੋਲਵ ਹੋਈਏ, ਉਹਨਾਂ ਨੂੰ ਇਨਫਲੂਐਂਸ ਕਰੀਏ, ਤਾਂ ਅਸੀਂ ਗਲਤ ਹਾਂ। ਅਸੀਂ ਉਹਨੂੰ ਫ੍ਰੀ ਹੈਂਡ ਦਿੱਤਾ ਸੀ ਕਿ ਜਿੱਦਾਂ ਮਰਜ਼ੀ ਤੂੰ ਜਾਂਚ ਕਰ, ਪਰ ਨਿਸ਼ਪੱਖ ਜਾਂਚ ਹੋਣੀ ਚਾਹੀਦੀ ਹੈ, ਦੇਸ਼ ਦੀ ਪੰਜਾਬ ਦੀ ਜਨਤਾ ਨਾਲ ਇਨਸਾਫ ਹੋਣਾ ਚਾਹੀਦਾ। ਤੁਸੀਂ ਮੰਨਦੇ ਹੋ ਇਹ ਗਲਤ ਬੰਦਾ? ਉੱਤੇ ਉਹਨਾਂ ਤੇ ਨਿਸ਼ਪੱਖ ਜਾਂਚ ਦਾ ਜਿਹੜਾ ਸਵਾਲੀਆ ਨਿਸ਼ਾਨ ਖੜਾ ਹੋ ਗਿਆ ਵੀ ਅਦਾਲਤ ਨੇ ਵੀ ਕਿਹਾ ਵੀ ਇਹਨਾਂ ਨੇ ਇੱਕ ਪੱਖੀ ਜਿਹੜੀ ਹੈ ਜਾਂਚ ਕੀਤੀ ਹੈ, ਦੋਨੋਂ ਪੱਖੀ ਜਾਂਚ ਨਹੀਂ ਕੀਤੀ। ਉਹਨਾਂ ਤੇ ਨਿਸ਼ਪੱਖ ਜਾਂਚ ਦਾ ਜਿਹੜਾ ਸਵਾਲੀਆ ਨਿਸ਼ਾਨ ਅਦਾਲਤ ਨੇ ਲਾਇਆ। ਸਾਹਿਬ ਦੇਖੋ, ਇੱਕ ਮਿੰਟ ਮੈਂ ਤੁਹਾਡੀ ਗੱਲ ਕਰਨਾ, ਅਦਾਲਤ ਨੇ ਇੱਕ ਹੋਰ ਦੇਖੋ ਇਹਨਾਂ ਨੂੰ ਇਸ ਬੰਦੇ ਨੂੰ ਝਾੜ ਪਾਈ 75 ਪੁਲਿਸ ਮੁਲਾਜ਼ਮ ਵਿਚਾਰੇ ਜਿਨ੍ਹਾਂ ਦੇ ਉਹ ਗੰਭੀਰ ਹੈ ਜਿਹੜੇ ਅੱਜ ਆਪਣੀ ਨੌਕਰੀ ਤੋਂ ਚਲੇ ਗਏ, ਇਹਨੇ ਉਹਨਾਂ ਨੂੰ ਜਾ ਕੇ ਨਹੀਂ ਪੁੱਛਿਆ ਕਿ ਤੁਸੀਂ ਦੱਸੋ ਕਿ ਉਹਦੇ ਕੋਲ ਕੀ ਹੋਇਆ ਸੀ।
ਜੋ ਆਪਣੇ ਕੋਲੋਂ ਬਣਾਉਂਦਾ ਰਿਹਾ, ਜਿਹੜੀ ਉਹ ਹੀ ਲਿਖੀ ਗਿਆ ਕਿ ਜੋ ਇਹਦੇ ਦਿਮਾਗ 'ਚ ਆ ਗਿਆ, ਮਨ ਘੜਤ ਜਿਹਾ ਸਟੋਰੀ ਆਪਣੇ ਨੂੰ ਤਾਂ ਇਹ ਸਿੰਘਮ ਬਣਨਾ ਚਾਹੁੰਦਾ ਸੀਗਾ। ਚਲੋ ਹਾਂਜੀ ਕਪੂਰ ਸਾਹਿਬ ਕੀ ਕਹਿਣਾ ਚਾਹੋਗੇ? ਇਹ ਵਾਕਈ ਜਿਹੜੀ ਹੈ ਇਹ ਜਾਂਚ ਜਿਹੜੀ ਹੈ ਮਨ ਘੜਤ ਹੈ, ਨਿਸ਼ਪਕਸ਼ ਨਹੀਂ ਹੋਈ ਦੇਖੋ ਇਹ ਜਾਂਚ ਤੇ ਕੀ ਇਹ ਰਾਜਨੀਤੀ ਵਿੱਚ ਸਿਆਸੀਕਰਨ ਕਰਕੇ ਜੇ ਹੀਰੋ ਬਣਨਾ ਚਾਹੁੰਦਾ ਜਿੱਦਾਂ ਇਹ ਕਹਿ ਰਹੇ ਨੇ? ਇਹ ਜਾਂਚ ਦੇ ਵਿੱਚ ਕੀ ਹੋਇਆ ਕੀ ਨਹੀਂ ਹੋਇਆ, ਇਹ ਤੇ ਕੋਰਟ ਨੇ ਜਿਹੜਾ ਫੈਸਲਾ ਕੀਤਾ ਹੈ ਉਹ ਸਰਵਪ੍ਰਥਮ ਮੰਨਿਆ ਹੈਗਾ। ਕੋਰਟ ਨੇ ਕੁਝ ਦੇਖ ਕੇ ਫੈਸਲਾ ਕੀਤਾ ਹੋਏਗਾ ਕਿ ਇਹਦੇ ਚ ਕੀ ਤੱਥ ਹੈਗੇ ਸੀ ਤੇ ਕੀ ਉਜਾਗਰ ਕੀਤੇ ਗਏ ਨੇ ਤੇ ਕੀ ਜਿਹੜੇ ਐਲੀਗੇਸ਼ਨ ਹੈਗੇ ਅਪਰੂਵ ਹੁੰਦੇ ਕਿ ਨਹੀਂ ਹੁੰਦੇ ਕਾਨੂੰਨ ਦੇ ਹਿਸਾਬ ਨਾਲ। ਇਹ ਜਾਂਚ ਅਸੀਂ ਪੜ੍ਹੀ ਤੇ ਹੈ ਨਹੀਂ, ਜਾਂਚ ਤੇ ਹਾਲੇ ਓਪਨ ਵੀ ਨਹੀਂ ਹੋਈ। ਇੱਕ ਢਿੱਲੋਂ ਸਾਹਿਬ ਦਾ ਆਰਡਰ ਲੈ ਕੇ ਆਏ ਆ ਕੋਰਟ ਨੂੰ, ਇਹ ਆਰਡਰ ਹੈ ਨਾ ਕੋਰਟ ਦੇ, ਕੋਰਟ ਨੇ ਆਰਡਰ ਉਸ ਤਰ੍ਹਾਂ ਕੀਤੇ ਹੋਣਗੇ ਵੀ ਜਿਸ ਤਰ੍ਹਾਂ ਦੀ ਜਾਂਚ ਉਹਨਾਂ ਨੇ ਪੜ੍ਹੀ ਹੋਏਗੀ, ਜੋ ਉਹਨਾਂ ਕੋਲ ਆਈ ਹੈ। ਜਾਂਚ ਸਾਡੇ ਕੋਲ ਜਾਂ ਕਿਸੇ ਨੂੰ ਓਪਨ ਤੇ ਆਈ ਨਹੀਂ ਕਿ ਕੀ ਹੋਈ ਹੈ ਜਾਂਚ, ਇਹਦੇ ਚ ਕੌਣ ਦੋਸ਼ੀ ਨੇ। ਓਪਨਲੀ ਤਾਂ ਹਾਲੇ ਕੁਝ ਨਹੀਂ ਹੋਇਆ ਨਾ, ਕੋਰਟ ਕੋਲ ਹੈ। ਕੋਰਟ ਦਾ ਜਿਹੜਾ ਫੈਸਲਾ ਹੈ ਉਹ ਸਾਰਿਆਂ ਨੂੰ ਮਾਨਿਆ ਹੁੰਦਾ, ਕੋਰਟ ਦਾ ਫੈਸਲਾ ਸਾਰਿਆਂ ਨੂੰ ਮਾਨਿਆ ਹੈਗਾ। ਹੁਣ ਕੋਰਟ ਨੇ ਕਿਹਾ 6 ਮਹੀਨੇ ਦੇ ਵਿੱਚ ਜੀ, ਠੀਕ ਹੈ ਜੀ, 6 ਮਹੀਨੇ ਦੇਤੇ। 6 ਮਹੀਨੇ ਦੇ ਵਿੱਚ ਬਾਅਦ ਪਹਿਲੇ ਉਸ ਇਲੈਕਸ਼ਨ ਡਿਕਲੇਅਰ ਹੋ ਜਾਣੇ ਜੀ, ਉਸ ਤੋਂ ਬਾਅਦ ਫਿਰ ਇਲੈਕਸ਼ਨ ਦੇ ਵਿੱਚ ਇਹ ਮੁੱਦਾ ਹੋਊਗਾ ਕਿ ਵੀ ਅਸੀਂ ਦਵਾਂਗੇ, ਉਹ ਪਾਰਟੀ ਕਹੇਗੀ ਅਸੀਂ ਦਵਾਂਗੇ ਇਨਸਾਫ, ਉਹ ਪਾਰਟੀ ਕਹੇਗੀ ਅਸੀਂ ਦਵਾਂਗੇ, ਆਪ ਕਹੇਗੀ ਅਸੀਂ ਦਵਾਂਗੇ, ਸਾਰੇ ਫਿਰ ਉਹੀ ਮੁੱਦਾ ਹੈ। ਇਸੇ ਕਰਕੇ ਹੀ ਮਤਲਬ ਇਹ ਲੋਕ ਮਤਲਬ ਚਾਹੁੰਦੇ ਨੇ ਕਿ ਇਹ ਚੀਜ਼ਾਂ ਖਤਮ ਹੋਣੀਆਂ ਚਾਹੀਦੀਆਂ। ਇੱਕ ਟਾਈਮ ਬੋਰਡ ਇਨਕੁਆਇਰੀ ਹੋਣੀ ਚਾਹੀਦੀ ਹੈ ਕਿ ਕੋਈ ਵੀ ਹੋਵੇ, ਚਾਹੇ ਸਰਕਾਰ ਕਿਸੇ ਦੀ ਵੀ ਹੋਵੇ। ਜਿਹੜਾ ਲੋਕਾਂ ਇਹ ਧਾਰਮਿਕ ਮੁੱਦਾ ਹੈ, ਬੜਾ ਸੈਂਸਿਟਿਵ ਮੁੱਦਾ ਹੈ, ਇਹਦੇ ਚ ਇਸੇ ਕਰਕੇ ਕੋਰਟ ਨੇ ਵੀ ਲੰਬਾ ਨਹੀਂ ਹੋਣਾ ਕਹਿ ਚਾਹੀਦਾ ਜਿਵੇਂ 4.5 ਸਾਲ ਖਿੱਚ ਗਿਆ। ਇਹ ਹੁਣ ਲੋਕ ਹੀ ਦੱਸਣਗੇ ਜਦੋਂ ਵੋਟ ਪਾਣਗੇ ਵੀ ਉਹਨਾਂ ਨੂੰ ਕਿਹੜੀ ਪਾਰਟੀ ਪਸੰਦ ਹੈ, ਕਿਹਨਾਂ ਨੇ ਕੰਮ ਕੀਤਾ ਹੈ, ਕਿਹਨਾਂ ਨਹੀਂ ਕੀਤਾ, ਕੋਈ ਦੋਸ਼ੀ ਹੈ ਤੇ ਜਾਂ ਨਹੀਂ ਦੋਸ਼ੀ ਹੈ। ਤੇ ਇਹ ਤੇ ਹੁਣ ਲੋਕ ਜਿਹੜੇ ਹੈਗੇ ਨੇ ਆਪਣੇ ਚੁੱਪ ਕਰਕੇ ਬੈਠੇ ਨੇ, 6 ਮਹੀਨੇ ਬਾਅਦ ਉਹ ਵੇਟ ਕਰ ਰਹੇ ਨੇ। ਜਦੋਂ ਕੋਰਟ ਆਫ ਕੰਡੈਮ ਲੱਗ ਜਾਏਗਾ ਉਸ ਤੋਂ ਬਾਅਦ ਲੋਕਾਂ ਦੇ ਵਿੱਚ ਦੇਖਣਾ ਆਵਾਜ਼ ਚਾਲੂ ਹੋ ਜਾਏਗੀ। ਤੇ ਉਸ ਤੋਂ ਪਹਿਲੇ ਮੈਂ ਇੱਕ ਗੱਲ ਹੋਰ ਕਹਾਂ, ਕੋਰਟ ਆਫ ਕੰਡੈਮ ਤੋਂ ਪਹਿਲੇ ਜੇ ਅਗਰ ਕਾਂਗਰਸ ਸਰਕਾਰ, ਕੈਪਟਨ ਸਾਹਿਬ ਦੀ ਸਰਕਾਰ ਇਹਦੇ ਉੱਤੇ ਜੋ ਵੀ ਇਨਕੁਆਇਰੀ ਕਰਦੀ ਹੈ, ਅਗਰ ਉਹਨੂੰ ਓਪਨਲੀ ਜਾਂ ਕੋਰਟ ਨੂੰ ਦੇ ਦਿੰਦੀ ਹੈ, ਜਾਂ ਕੋਰਟ ਉਸ ਤੋਂ ਬਾਅਦ ਦੁਬਾਰਾ ਫਿਰ ਆਪਣਾ ਫੈਸਲਾ ਦੇਗਾ, ਕਿਉਂਕਿ ਕੋਰਟ ਨੂੰ ਦੇਣਾ ਓਪਨ ਲੋਕਾਂ ਨੂੰ ਦੇਣਾ ਨਹੀਂ, ਤੇ ਫਿਰ ਉਸ ਤੋਂ ਬਾਅਦ ਦੇਖਿਆ ਜਾਏਗਾ ਵੀ ਇਹ ਕੀ ਪਹਿਲੀ ਸੀਟ ਨੇ ਕੀ ਕੀਤਾ ਤੇ ਦੁਬਾਰਾ ਦੂਸਰੀ ਨੇ ਕੀ ਕੀਤਾ, ਵਿੱਚ ਹੈ ਕੀ। ਚਲੋ ਇਹ ਤਾਂ ਭਗਵੰਤ ਮਾਨ ਕਹਿ ਰਿਹਾ ਵੀ ਇਹ ਟਾਈਮ ਟਪਾਊ ਦੋਨੇ ਕਰ ਰਹੇ ਨੇ, ਇਸ ਕਰਕੇ ਮੈਨੂੰ ਲੱਗ ਰਿਹਾ ਵੀ ਸਾਰਾ ਕੁਝ ਜਿਹੜਾ ਹੈ ਉਹ ਅਗਲੇ ਇਲੈਕਸ਼ਨਾਂ ਤੱਕ ਜਾਣਬੁੱਝ ਕੇ ਉੱਥੇ ਲਿਜਾਣਾ ਚਾਹੁੰਦੇ ਨੇ। ਦੇਖੋ ਸੀਟ ਪਹਿਲੇ ਵੀ ਬਣੀ ਹੈ, ਅਕਾਲੀ ਦਲ ਨੇ ਵੀ ਬਣਾਈ ਹੈ, ਕਾਂਗਰਸ ਨੇ ਵੀ ਬਣਾਈ ਹੈ। ਹੁਣ 4.5 ਸਾਲ ਕਾਂਗਰਸ ਨੇ ਲਗਾ ਦਿੱਤੇ, ਉਸ ਤੋਂ ਪਹਿਲੇ ਅਕਾਲੀ ਦਲ ਨੇ ਵੀ ਕੀਤੀ ਸੀ ਇਨਕੁਆਇਰੀ। ਹੁਣ ਕੋਰਟ ਦੇ ਹੱਥ ਦੇ ਵਿੱਚ ਸਾਰਾ ਫੈਸਲਾ ਗਿਆ ਸੀ, ਕੋਰਟ ਨੇ ਫੈਸਲਾ ਦਿੱਤਾ ਤੱਥਿਆਂ ਦੇ ਆਧਾਰ ਦੇ ਉੱਤੇ। ਹੁਣ ਉਹ ਤੱਥ ਕੀ ਹੈਗੇ ਸੀ ਉਹ ਕੋਰਟ ਹੀ ਜਾਣਦਾ, ਆਮ ਤੇ ਕੋਈ ਨਹੀਂ ਜਾਣਦਾ, ਨਾ ਕਿਸੇ ਪੋਲੀਟੀਕਲ ਪਾਰਟੀ ਨੂੰ ਪਤਾ, ਜਾਂ ਚੀਫ ਮਿਨਿਸਟਰ ਨੂੰ ਪਤਾ ਹੋਏਗਾ, ਜਾਂ ਫਿਰ ਕਿਤੇ ਕੋਰਟ ਨੂੰ ਪਤਾ ਹੋਏਗਾ। ਇਹ ਤੇ ਇਸ ਕਰਕੇ ਕੋਰਟ ਨੇ ਜਿਹੜਾ ਕਿਹਾ ਹੈ ਕਿ 6 ਮਹੀਨੇ ਦੇ ਵਿੱਚ ਫੈਸਲਾ ਦੇਣਾ ਪਏਗਾ ਸਾਨੂੰ। ਤੇ ਮੈਂ ਚਾਹੁੰਦਾ ਕਿ ਅਗਰ ਚੀਫ ਮਿਨਿਸਟਰ ਸਾਹਿਬ ਵਾਕਈ ਚਾਹੁੰਦੇ ਨੇ ਕਿ ਵੀ ਇਹਦੇ 'ਚ ਇਨਸਾਫ ਮਿਲੇ ਔਰ ਸਾਫ਼ ਸੁਥਰਾ, ਉਹ ਚਾਹੁੰਦੇ, ਉਹਨਾਂ ਦੇ ਜਿਹੜਾ ਦਾਗ ਲੱਗ ਰਿਹਾ ਇਸ ਟਾਈਮ ਕਿ ਵੀ ਤੁਸੀਂ ਮਿਲੀ ਭਗਤ ਹੈ ਜਾਂ ਤੁਸੀਂ ਫੈਸਲਾ ਦੇਣ 'ਚ ਲੇਟ ਕੀਤਾ, ਤੇ ਹੁਣ ਕੈਪਟਨ ਸਰਕਾਰ ਨੂੰ ਕਰਨਾ ਪਏਗਾ ਕਿ ਫਟਾਫਟ ਇਹਦੇ 'ਚ 6 ਮਹੀਨੇ ਤੋਂ ਪਹਿਲੇ ਫੈਸਲਾ ਦੇਵੇ, ਜੋ ਵੀ ਇਨਕੁਆਇਰੀ ਕੀਤੀ ਹੈ ਇਨਕੁਆਇਰੀ ਕਰਕੇ ਕੋਰਟ ਨੂੰ ਦੇਵੇ, ਤਾਂ ਕਿ ਇਲੈਕਸ਼ਨ ਕੋਡ ਆਫ ਕੰਡੈਮ ਲੱਗਣ ਤੋਂ ਪਹਿਲਾਂ ਲੋਕਾਂ ਨੂੰ ਪਤਾ ਲੱਗ ਸਕੇ ਕੋਰਟ ਦੇ ਥਰੂ ਵੀ ਕੀ ਇਹਦੇ 'ਚ ਹੋਇਆ ਔਰ ਕੀ ਸੱਚਾਈ ਹੈ। ਕਿ ਤੁਹਾਨੂੰ ਲੱਗਦਾ ਜੀ ਕੋਈ ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਸਿੱਟ ਮੁਕੰਮਲ ਹੋ ਜਾਏਗੀ ਔਰ ਅਦਾਲਤ ਜਿਹੜਾ ਫੈਸਲਾ ਵੀ ਸੁਣਾ ਦੇਗੀ? ਇਹ ਪੋਸੀਬਲ ਹੈ? ਕਿਉਂਕਿ ਲੋਕਾਂ ਨੂੰ ਤਾਂ ਨਹੀਂ ਲੱਗਦਾ, ਨਾ ਕਿਸੇ ਹੋਰ ਪਾਰਟੀਆਂ ਨੂੰ ਲੱਗਦਾ, ਕਿਉਂਕਿ ਇੰਪੋਸੀਬਲ ਲੱਗ ਰਿਹਾ ਹੈ। ਹੋ ਸਕਦਾ ਸਰ ਲੋਕਾਂ ਨੂੰ ਤਾਂ ਲੱਗਦਾ ਹੈ, ਜਿਹੜੀਆਂ ਵਿਰੋਧੀ ਪਾਰਟੀਆਂ ਸਿਰਫ ਉਹ ਆਪਣੀ ਸਿਆਸਤ ਕਰਨ ਲਈ ਕਹਿੰਦੀਆਂ ਨੇ ਕਿ ਨਹੀਂ ਲੱਗਦਾ। ਅਸਲ 'ਚ ਕੈਪਟਨ ਸਾਹਿਬ ਸਿੱਟ ਬਣਾਉਣਗੇ ਤੇ ਜਲਦੀ ਤੋਂ ਜਲਦੀ ਇਸ ਇਨਸਾਫ ਕਰਨ ਦੀ ਕੋਸ਼ਿਸ਼ ਕਰਨਗੇ, ਜੋ ਹਾਈ ਕੋਰਟ ਦੇ ਵਿੱਚ ਸਾਰਾ ਕੁਝ ਸਹੀ ਰਿਪੋਰਟ ਪੇਸ਼ ਕਰਨ ਦੀ ਕੋਸ਼ਿਸ਼ ਕਰਨਗੇ। ਚਲੋ ਇੱਕ ਚਲੋ ਸਾਹਿਬ ਜਿਹੜਾ ਮੈਂ ਮੇਨ ਗੱਲ ਕੀਤੀ ਹੈ, ਅੱਜ ਗੱਲ ਕਰ ਰਹੇ ਤੁਸੀਂ ਆਈਜੀ ਵਿਜੇ ਕੁਮਾਰ ਬਤਾਉਂਦੇ ਅੱਜ ਉਹਨੂੰ ਸਪੈਸ਼ਲ ਹਰਿਮੰਦਰ ਸਾਹਿਬ ਦੇ ਬਾਹਰ ਪ੍ਰਮੁੱਖ ਦੁਆਰ ਦੇ ਉੱਤੇ ਦਾਦੂਵਾਲ ਨੇ ਸਨਮਾਨਿਤ ਕੀਤਾ 골ਡ ਮੈਡਲ ਪਾ ਕੇ, ਉਹਦੇ ਪਿੱਛੇ ਕੀ ਰਾਜਨੀਤੀ ਸਮਝਦੇ ਹੋ? ਮੇਰਾ ਸਾਹਿਬ ਦਾਦੂਵਾਲ ਬੱਦਾ ਕਿਦਾ, ਤੁਸੀਂ ਇਹ ਦੱਸੋ ਪਹਿਲਾਂ। ਤੁਸੀਂ ਦੱਸੋ, ਹੋਰ ਰਿਕਾਰਡ ਦੱਸ ਦੇਣਾ, ਤੁਸੀਂ ਦੱਸੋ ਨਾ, ਤੁਸੀਂ ਦੱਸੋ। ਕੈਪਟਨ ਸਾਹਿਬ ਦਾ ਖਾਸ ਆਦਮੀ ਹੈ, ਅੱਛਾ, ਸਿਆਸਤ ਨੂੰ ਭੜਕਾਇਆ ਜਾ ਰਿਹਾ। ਓਕੇ, ਗੱਲ ਵਿਚਲੀ ਇਹ ਹੈ ਅਸਲ ਦੇ ਵਿੱਚ ਪੰਜਾਬ ਦੀ ਡਿਵੈਲਪਮੈਂਟ ਦੀ ਗੱਲ ਹੈ, ਜੋ ਇਹਨਾਂ ਕੋ 5 ਸਾਲ ਦੇ ਵਿੱਚ ਬਿਲਕੁਲ ਨਹੀਂ ਹੋ ਸਕੀ। ਤੁਸੀਂ ਸੀਨੀਅਰ ਪੱਤਰਕਾਰ ਹੋ, ਕਰਨ ਜੀ ਬੈਠੇ ਸੀਨੀਅਰ ਪੱਤਰਕਾਰ, ਤੁਸੀਂ ਆਹ ਦੱਸੋ ਪੰਜਾਬ ਦੀ ਡਿਵੈਲਪਮੈਂਟ ਹੋਈ ਕਿੱਥੇ ਆ? ਸੜਕਾਂ ਟੁੱਟੀਆਂ, ਬੁਰੇ ਹਾਲ, ਸੀਵਰੇਜ ਪਾਣੀ ਦੇ ਬੁਰੇ, ਪੀਣ ਹੁੰਦਾ ਪਾਣੀ ਦਾ ਬੁਰਾ ਹਾਲ, ਹਰ ਪਾਸੇ ਤਰਾਹੀ ਮਚੀ ਆ।
ਜ਼ਿਮੀਂਦਾਰ ਮੰਡੀਆਂ 'ਚ ਰੁਲਦਾ ਫਿਰਨਾ। ਪਹਿਲਾਂ ਬਾਰਦਾਨਾ ਹੈ ਨਹੀਂ ਸੀ, ਬਾਰਦਾਨਾ ਆਇਆ, ਹੁਣ ਲਿਫਟਿੰਗ ਨਹੀਂ ਹੋ ਰਹੀ, ਟਰੱਕ ਯੂਨੀਅਨ ਹੜਤਾਲ ਤੇ ਆ, ਟੀਚਰ ਹੜਤਾਲ ਦੇ ਬੈਠੇ, ਭੈ ਕਿੱਥੇ ਆ ਦੱਸੋ? ਸਰਕਾਰ ਚੱਲਦੀ ਉਹ ਮੁੱਦੇ ਨੂੰ ਭੜਕਾਇਆ ਜਾ ਰਿਹਾ। ਉਹਨਾਂ ਨੂੰ ਦਿਖਦਾ ਵੀ 2022 ਚ ਕੀ ਸਾਡਾ ਹਾਲ ਹੋਣਾ, ਉਹਨੂੰ ਭੜਕਾਉਣ ਲਈ ਦਾਦੂਆ ਵਰਗੇ ਜਿਹੜੇ ਇਹਨਾਂ ਦੇ ਏਜੰਟ ਨੇ, ਉਹਨਾਂ ਕੋਲ ਗਰਮਦਲੀਆਂ ਨੂੰ ਨਾਲ ਲੈ ਕੇ ਇਹੋ ਜਿਹੇ ਸਟੰਟ ਦਿੱਤੇ ਜਾ ਰਹੇ ਕਿ ਲੋਕਾਂ ਦਾ ਮਨ ਭਟਕ ਜੇ, ਉਸ ਪਾਸ ਧਿਆਨ ਨਾ ਜਾਵੇ। ਦੇਖੋ ਮੇਰਾ ਸਾਹਿਬ ਕਿੰਨਾ ਝੂਠ ਬੋਲਿਆ ਗਿਆ ਇਹਨਾਂ ਵੱਲੋਂ ਕਿ 51,000 ਰੁਪਏ ਸ਼ਗਨ ਸਕੀਮ ਦੇਣੀ ਹੈ ਜੀ ਕੁੜੀਆਂ ਦੇ ਵਿਆਹਾਂ ਤੇ, 2500 ਰੁਪਏ ਮਹੀਨਾ ਬੇਰੋਜ਼ਗਾਰ ਨੂੰ ਪੈਨਸ਼ਨ, 2500 ਰੁਪਏ ਮਹੀਨਾ ਬੇਰੋਜ਼ਗਾਰ ਭੱਤਾ। ਉਸ ਤੋਂ ਬਾਅਦ ਦੇਖੋ ਮੰਡੀਆਂ ਦੇ ਵਿੱਚ ਕਿੰਨਾ ਬੁਰਾ ਹਾਲ ਹੈ, ਤੁਹਾਨੂੰ ਪਹਿਲਾਂ ਹੀ ਮੈਂ ਦੱਸਿਆ। ਜ਼ਿਮੀਂਦਾਰ ਰੁਲਦਾ ਪਿਆ, ਬਾਰਦਾਨੇ ਦੀ ਪਹਿਲਾਂ ਕਮੀ ਸੀ, ਉਸ ਤੋਂ ਬਾਅਦ ਬਾਰਦਾਨਾ ਆਇਆ, ਲਿਫਟਿੰਗ ਨਹੀਂ ਹੋ ਰਹੀ। ਤੁਹਾਡੇ ਨਾਲ ਧਰਨਾ ਹੀ ਲਾਏਗਾ, ਅਸੀਂ ਧਰਨੇ ਲਾਵਾਂਗੇ। ਅਸੀਂ ਤਾਂ ਉਸ ਕਿਸਾਨ ਲਈ ਹਰ ਜਗ੍ਹਾ ਮਰਾਂਗੇ। ਅਸੀਂ ਪੰਥਕ ਪਾਰਟੀ, ਕਿਸਾਨਾਂ ਦੀ ਪਾਰਟੀਆਂ, ਇਹ ਤਾਂ ਮਰਾਂਗੇ ਉਹਨਾਂ ਲਈ ਹਰ ਜਗ੍ਹਾ ਜਾ ਕੇ। ਅਸੀਂ ਤਾਂ ਇਹ ਸਰਕਾਰ ਦਾ ਸੁੱਤਾ ਹੈ ਕੁੰਭਕਰਨ ਜਿਹੜਾ ਮੁੱਖ ਮੰਤਰੀ ਕੈਪਟਨ ਪੰਜਾਬ ਆ, ਉਹਨੂੰ ਉਠਾਵਾਂਗੇ ਵੀ ਤੁਸੀਂ ਜਾ ਕੇ ਆਪਣੇ ਮਹਿਲ ਨਿਕਲ ਕੇ ਪੰਜਾਬ ਦੇ ਲੋਕਾਂ ਨੂੰ ਵੀ ਧਿਆਨ ਦਿਓ। ਉਸ ਮੁੱਦਿਆਂ ਨੂੰ ਭਟਕਾਉਣ ਲਈ ਇਹ ਜਿਹੜਾ ਖੇਡਿਆ ਜਾਂਦਾ ਵੀ ਇਹ ਇਹੋ ਜਿਹੇ ਸਟੰਟ ਦਿੱਤੇ ਜਾਂਦੇ ਆ। ਪਹਿਲਾਂ ਵੀ ਇਹਨਾਂ ਨੇ ਦੇਖੋ 2012 ਦੇ ਵਿੱਚ ਜਿਹੜੀ ਸਰਕਾਰ ਸਾਡੀ ਬਣੀ ਸੀ 17 ਤੋਂ ਪਹਿਲਾਂ ਵਾਲੀ, ਉਹਦੇ ਵਿੱਚ ਵੀ ਇਹਨਾਂ ਨੇ ਕਾਈ ਜੀ ਇੱਕ ਲੈ ਕੇ ਆਂਦਾ ਸੀਗਾ ਸ਼ਸ਼ੀਕਾਂਤ ਸੀ, ਉਦੋਂ ਵੀ ਸਾਡਾ ਚਿੱਟੇ ਦਾ ਮੁੱਦਾ ਚੱਕ ਲਿਆ ਸੀ। ਇਹ ਇਹਨਾਂ ਨੇ ਸਟੰਟ ਕਰੀ ਜਾਣੇ ਆ, ਪਰ ਲੋਕਾਂ ਨੂੰ ਪਤਾ ਵੀ ਲੋਕਾਂ ਦੀ ਹਮਦਰਦ ਪਾਰਟੀ ਕਿਹੜੀ ਆ, ਲੋਕਾਂ ਦੇ ਦਿਲਾਂ ਤੇ ਰਾਜ ਕਰਨ ਵਾਲੀ ਕਿਹੜੀ ਪਾਰਟੀ ਆ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਆ, ਜਿਨ੍ਹਾਂ ਨੇ ਲੋਕਾਂ ਨੂੰ ਸਹੂਲਤਾਂ ਬਹੁਤ ਦਿੱਤੀਆਂ। ਉਹ ਦੁਬਾਰਾ ਹੁਣ ਲੋਕ ਉਹ ਜਿਵੇਂ ਕਹਿੰਦੇ ਮੱਛੀ ਪੱਥਰ ਚੱਟ ਕੇ ਮੁੜੀ, ਹੁਣ ਦੁਬਾਰਾ ਲੋਕ ਅਕਾਲੀ ਦਲ ਨੂੰ ਪਸੰਦ ਕਰਨਾ ਚਾਹੁੰਦੇ ਆ। ਇਹ ਤੁਸੀਂ ਮੇਰੇ ਤੋਂ, ਤੁਸੀਂ ਸੀਨੀਅਰ ਪੱਤਰਕਾਰ ਬੈਠੇ, ਜ਼ਿਆਦਾ ਜਾਣਦੇ ਹੋ। ਚਲੋ ਬਿਲਕੁਲ, ਹਰ ਬੰਦਾ ਆਪਣੀ ਪਾਰਟੀ ਨੂੰ ਤਾਂ ਜ਼ਰੂਰ ਕਹਿੰਦਾ ਹੀ ਆ ਵੀ ਮੇਰੀ ਪਾਰਟੀ ਸਹੀ ਹੈ, ਸਹੀ ਕੰਮ ਕਰ ਰਹੀ ਆ। ਸਵਾਲ ਸਾਰਾ ਕਾਂਗਰਸ ਤੇ ਆਂਦਾ, ਕੀ ਕਹਿਣਾ ਚਾਹੋਗੇ ਸਿੱਕਾ ਸਾਹਿਬ? ਤੁਸੀਂ ਸਾਰੇ ਵਾਕਈ ਇਹ ਵਾਅਦੇ ਜਿਹੜੇ ਆ ਤੁਸੀਂ ਸਾਰੇ ਕੋਈ ਬੰਦਾ ਮੰਨਦਾ ਨਹੀਂ ਆ, ਇਸ ਵੇਲੇ ਕਣਕ ਦਾ ਵੀ ਸੀਜ਼ਨ ਹੈ, ਵੀ ਇਹ ਸਾਰਾ ਕੁਝ ਧਿਆਨ ਭਟਕਾਉਣ ਕਰਕੇ ਹੋ ਰਿਹਾ। ਅੱਜ ਨਾਲ ਦੀ ਨਾਲ ਅੱਜ ਚਲੋ ਇਹ ਪਹਿਲਾਂ ਜਵਾਬ ਦੇ ਦਿਓ, ਇੱਕ ਬਹੁਤ ਵੱਡਾ ਅਗਲਾ ਸਵਾਲ ਮੈਂ ਤੁਹਾਨੂੰ ਪੁੱਛਾਂਗਾ, ਪਹਿਲਾਂ ਹਾਂ ਜਵਾਬ ਦਿਓ। ਸਰ ਮੇਰੇ ਸਾਥੀ ਅਕਾਲੀ ਦਲ ਨੇ ਦੇ ਨੁਮਾਇੰਦੇ ਨੇ, ਇਹ ਸਿਰਫ ਇਸ ਗੱਲ ਨੂੰ ਛੁਪਾਉਣਾ ਚਾਹੁੰਦੇ ਆ ਕਿ ਅਸੀਂ ਜਦੋਂ ਕਿਸਾਨਾਂ ਦੇ ਉਲਟ ਜਿਹੜੇ ਕਾਨੂੰਨ ਬਣੇ, ਅਸੀਂ ਉਹਨਾਂ ਦੇ ਵਿੱਚ ਮੋਦੀ ਦਾ ਸਾਥ ਦਿੱਤਾ ਸੀ। ਉਹਨਾਂ ਨੂੰ ਛੁਪਾਉਣ ਲਈ ਇਹ ਧਰਨੇ ਲਾ ਰਹੇ ਨੇ ਬਿਨਾਂ ਗੱਲ ਤੋਂ। ਅਗਰ ਲਿਫਟਿੰਗ ਦੀ ਗੱਲ ਕੀਤੀ ਜਾਵੇ ਤੇ ਅੱਜ ਦੀ ਖਬਰ ਜਾਏ ਪੜ੍ਹ ਲਿਓ, ਠੀਕ ਹੈ। 100 ਮੀਟ੍ਰਿਕ ਟਨ ਦੇ ਨੇੜੇ ਲਿਫਟਿੰਗ ਹੋ ਚੁੱਕੀ ਹੈ। ਸੰਗਰੂਰ ਨੰਬਰ 1 ਤੇ ਚੱਲਦਾ ਪਿਆ। ਜਿਹੜੀ ਸਕੀਮ ਦੀ ਗੱਲ ਕਰਦੇ ਸ਼ਗਨ ਸਕੀਮ ਦੀ, ਜੁਲਾਈ ਤੋਂ ਸ਼ਗਨ ਸਕੀਮ ਸ਼ੁਰੂ ਹੋ ਰਹੀ ਹੈ 51,000 ਰੁਪਏ ਦੀ। ਦੂਜੀ ਗੱਲ ਰੋਡਸ ਲਾਈਟਸ ਦੇ ਵਿੱਚ ਬਹੁਤ ਜ਼ਿਆਦਾ ਡਿਵੈਲਪਮੈਂਟ ਹੈ। ਅਗਰ ਕਿਸੇ ਦੇ ਘਰੇ ਅਗਰ ਰੋਡਾਂ 'ਤੇ ਜਾ ਕੇ ਦੇਖੀਏ, ਪਹਿਲਾਂ ਜੋ ਅਕਾਲੀ ਦਲ ਦੇ ਟਾਈਮ ਤੇ ਖੱਡੇ ਪਏ ਸੀ, ਅੱਜ ਰੋਡਾਂ ਬਣੀਆਂ ਆਈਆਂ ਨੇ, ਚਾਹੇ ਉਹ ਇੰਟਰਲੌਕ ਟਾਈਲ ਦੀਆਂ ਲੈ ਲਓ, ਚਾਹੇ ਆਰਐਮਸੀ ਦੇ ਲਾ ਲਓ। ਲਾਈਟਸ ਹਰੇਕ ਏਰੀਏ ਦੇ ਵਿੱਚ ਹੈ, ਜਗ੍ਹਾ ਜਗ੍ਹਾ ਲਾਈਟ ਲੱਗੀਆਂ ਹੋਈਆਂ ਨੇ, ਠੀਕ ਹੈ। ਤੇ ਹਰ ਬੰਦੇ ਦੀ ਸੁਣਵਾਈ ਹੋ ਰਹੀ ਹੈ। ਸਿਰਫ ਅਕਾਲੀ ਦਲ ਆਪਣੀ ਨਾਕਾਮਯਾਬੀਆਂ ਛੁਪਾਉਣ ਲਈ ਤਾਂ ਜਗ੍ਹਾ ਜਗ੍ਹਾ ਬਿਨਾਂ ਗੱਲ ਤੋਂ ਧਰਨੇ ਲਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਮੈਂ ਧਰਨਾ ਲਾਵਾਂ। ਮੁੱਦਾ ਕੋਈ ਵੀ ਨਹੀਂ, ਪਰ ਧਰਨਾ ਲਾਵਾਂ। ਧਰਨਾ ਲਾਣਾ ਵੀ ਕਦੋਂ ਹੈ? ਜਦੋਂ ਧਾਰਾ 144 ਲੱਗੀ ਹੈ, ਕੋਵਿਡ ਦਾ ਟਾਈਮ ਹੈ, 20 ਬੰਦੇ ਤੋਂ ਵੱਧ ਪਾਰਟੀਆਂ ਅਲਾਉਡ ਨਹੀਂ, ਤੇ ਧਰਨੇ ਨਾਲ ਲੋੜ ਪੈਂਦੀ ਹੈ। ਸਿਰਫ ਔਰ ਸਿਰਫ ਤਾਂ ਹੀ ਤੁਸੀਂ ਕੱਲ ਲੰਬੀ ਦੇ ਵਿੱਚ ਸੁਖਬੀਰ ਸਿੰਘ ਬਾਦਲ ਉੱਤੇ 188 ਦਾ ਪਰਚਾ ਹੋਇਆ। ਉਸ ਤੋਂ ਪਹਿਲਾਂ ਮਨਪ੍ਰੀਤ ਬਾਦਲ ਦੇ ਵੀ ਮੁੰਡੇ ਤੇ ਪਰਚਾ ਹੋਇਆ। ਉਸ ਤੋਂ ਪਹਿਲਾਂ ਫਿਰ ਜਿਹੜਾ ਫਗਵਾੜੇ ਦੇ ਅੰਦਰ ਆਪਣੇ ਧਾਲੀਵਾਲ ਦੇ ਉਹ ਐਮਐਲਏ, ਉਹਦੇ ਵੀ ਪਰਚਾ ਹੋਇਆ। ਇਹਦਾ ਮਤਲਬ ਧਿਆਨ ਭਟਕਾਉਣ ਵਾਸਤੇ, ਜੇ ਉਹ ਵੀ ਕੋਵਿਡ ਦੀ ਹਦਾਇਤਾਂ ਨਹੀਂ ਮੰਨਦੇ, ਜਿਹੜੇ ਇਹਨਾਂ ਨੇ ਖੁਦ ਆਪਣੇ ਕੋਵਿਡ ਦੇ ਰੂਲ ਬਣਾਏ ਨੇ, ਜਿਹੜੇ ਸਰਕਾਰ ਦੇ ਨੁਮਾਇੰਦੇ ਨੇ, ਜੇ ਉਹੀ ਨਹੀਂ ਮੰਨਦੇ ਤੇ ਇਹਦਾ ਮਤਲਬ ਕੌਣ ਮੰਨੂਗਾ? ਮੇਰਾ ਸਾਹਿਬ ਇੱਕ ਮਿੰਟ, ਜਿਹੜਾ ਵੀ ਗਲਤੀ ਕਰੂਗਾ ਜੀ, ਇਹ ਕਹਿੰਦੇ ਅਸੀਂ 51,000 ਸ਼ਗਨ ਸਕੀਮ ਕਰਦੀ ਜਿਹੜੀ ਜੁਲਾਈ ਤੋਂ ਲਾਗੂ ਹੋ ਰਹੀ ਹੈ। 34,000 ਪੈਂਡਿੰਗ ਪਈਆਂ ਨੇ, 34,000 ਐਪਲੀਕੇਸ਼ਨ ਪੈਂਡਿੰਗ ਪਈਆਂ ਨੇ। ਆਰਡੀਏ ਪਾ ਕੇ ਤੁਹਾਨੂੰ ਦੱਸ ਦਿੰਦੇ ਜੁਲਾਈ ਤੋਂ ਬਾਅਦ ਕਦੋਂ ਲਾਗੂ ਹੋਊ? ਜੁਲਾਈ ਤੋਂ ਲਾਗੂ ਕਰਨੀ ਹੈ ਜੀ। ਉਸ ਤੋਂ ਬਾਅਦ 2 ਮਹੀਨੇ ਦੇਣੀ ਹੈ, ਉਦੋਂ ਕੋੜੋ ਕਨਕਲਾ ਜਾਣਾ। ਚਲੋ ਜੀ, ਜੋ ਹਾਲ ਅਕਾਲੀ ਦਲ ਨੇ ਕੀਤਾ ਜੀ, ਜੋ ਦੇਸ਼ ਨੂੰ ਪੰਜਾਬ ਨੂੰ ਡੋਬ ਕੇ ਗਈ ਹੈ, ਜੋ ਬਿਜਲੀ ਦਾ ਬਹਾਲ ਕਰ ਗਿਆ, ਜੋ EMPLOYEES ਦੇ ਪ੍ਰੋਵੀਡੈਂਟ ਫੰਡ ਚੋਂ ਪੈਸਾ ਕਢਾ ਕੇ ਜੋ ਕਰਜ਼ਾਈ ਕਰਕੇ ਪੰਜਾਬ ਨੂੰ ਬਾਦਲ ਸਰਕਾਰ, ਠੀਕ ਹੈ, ਉਹਦੀ ਭਰਪਾਈ ਕਰਨੀ ਇੰਨੀ ਸੌਖੀ ਨਹੀਂ ਹੈਗੀ। ਲੇਕਿਨ ਕੈਪਟਨ ਸਰਕਾਰ ਨੇ ਬਹੁਤ ਜ਼ਿਆਦਾ ਭਰਪਾਈ ਕੀਤੀ ਹੈ। ਅਗਰ ਕਰਜ਼ ਨਿੰਜੇ ਘਟਿਆ ਨਹੀਂ ਨਾ ਤੇ ਵਧਿਆ ਵੀ ਨਹੀਂ ਅੱਗੇ ਨਾਲੋਂ। ਤੁਹਾਨੂੰ ਮਤਲਬ ਤੁਹਾਨੂੰ ਤੁਸੀਂ ਜਦੋਂ ਕਹਿ ਰਹੇ ਸੀ ਕਰਜ਼ਾਈ ਕਰਕੇ ਦਿੱਤਾ ਤੁਹਾਨੂੰ ਪੰਜਾਬ, ਇਸ ਉਹਦੀ ਗੱਲ ਕਰ ਰਹੇ ਹੋ ਤੁਸੀਂ? ਹਾਂਜੀ, ਕਰਜ਼ ਕੀ ਕਹਿਣਾ ਚਾਹੋਗੇ? ਦੋਨੋਂ ਪਾਰਟੀਆਂ ਪੋਲਿਟਿਕਸ ਕਰ ਰਹੀਆਂ ਜੀ। ਆਮ ਲੋਕਾਂ ਦਾ ਕੋਈ ਭਲਾ ਨਹੀਂ ਹੋਇਆ। ਦੱਸੋ ਪੈਟਰੋਲ ਕਿੰਨਾ ਕੀ ਰੇਟ ਹੈ ਇੱਥੇ? ਹਿਮਾਚਲ 'ਚ ਕੀ ਰੇਟ ਹੈ? ਹਰਿਆਣੇ 'ਚ ਕੀ ਰੇਟ ਹੈ? ਤੁਹਾਡੇ ਨਾਲ ਦੇ ਸੂਬਿਆਂ 'ਚ ਜਿਹੜਾ ਆਮ ਜਨਤਾ ਵਰਤਦੀ ਹੈ 2-2 ਮਿੰਟ। ਇਹ ਤਾਂ ਸਾਰੇ ਕਹਿੰਦੇ ਬੈਟ ਤੁਸੀਂ ਘਟਾਓ ਪੰਜਾਬ ਦੇ ਵਿੱਚ, ਠੀਕ ਹੈ ਨਾ ਜੀ। ਪੈਟਰੋਲ ਇੱਥੇ ਮਹਿੰਗਾ ਹੈ, ਇੱਥੇ ਤੁਸੀਂ ਟੈਕਸ ਵਧਾਤਾ। ਅਗਰ ਕੋਈ ਰਜਿਸਟਰੀ ਕਰਨ ਜਾਂਦਾ ਉਹਦੇ ਤੇ ਰੇਟ ਵਧਾ ਦਿੱਤਾ। ਫਿਰ ਤੁਸੀਂ ਡਿਵੈਲਪਮੈਂਟ ਦੀ ਗੱਲ ਕਰਦੇ ਹੋ। ਲਾਸਟ ਵਾਲੇ ਟਾਈਮ ਦੇ ਉੱਤੇ ਤੁਸੀਂ ਥੋੜੀ ਬਹੁਤ ਡਿਵੈਲਪਮੈਂਟ ਕਰਤੀ ਤਾਂ ਠੀਕ ਹੈ, ਲੋਕਾਂ ਨੂੰ ਪਤਾ ਹੀ ਹੈ ਕਿੰਨੀ ਕੁ ਡਿਵੈਲਪਮੈਂਟ ਹੋਈ ਹੈ।
ਇਹ ਮੈਂ ਇਸ ਇਹ ਗੱਲ election ਤੋਂ- stand ਮੈਂ ਇਸ ਗੱਲ ਤੋਂ ਐਗਰੀ ਹਾਂ ਕਿ ਜੇ ਅਗਰ ਤੁਸੀਂ ਕੋਈ ਨਈ ਡਿਵੈਲਪਮੈਂਟ ਕੀਤੀ ਜਾਂ ਸਰਕਾਰ ਦੇ ਨੈਗੇਟਿਵ ਕੋਈ ਗੱਲ ਜਾਂਦੀ ਹੈ ਤੇ ਤੁਸੀਂ ਐਸਾ ਮੁੱਦਾ ਛੇੜ ਲਓ, ਰਾਜਨੀਤੀ ਕਹਿ ਲਓ ਜਾਂ ਉਹਨੂੰ ਕਹਿ ਲਓ ਕਿ ਜਿਹੜਾ ਆਪਣਾ ਧਾਰਮਿਕ ਮੁੱਦਾ ਜਿਹੜਾ ਬੜਾ ਸੈਂਸਿਟਿਵ ਹੁੰਦਾ ਉਹਨੂੰ ਦੁਬਾਰਾ ਛੇੜ ਲਓ ਤਾਂ ਕਿ ਲੋਕਾਂ ਦਾ ਧਿਆਨ ਹੋ ਜਾਏ। ਮੈਨੂੰ ਇਹ ਦੱਸੋ, ਕਿਸਾਨਾਂ ਦਾ ਧਰਨਾ ਚੱਲ ਰਿਹਾ, ਕਿ ਕੈਪਟਨ ਸਾਹਿਬ ਨੇ ਅੱਜ ਤੱਕ ਚੀਫ ਮਿਨਿਸਟਰ ਹੁੰਦੇ ਹੋਏ ਪ੍ਰਾਈਮ ਮਿਨਿਸਟਰ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਕਿ ਵੀ ਅਸੀਂ ਇਹਨੂੰ ਖਤਮ ਕਰ ਦਈਏ? ਤੁਸੀਂ ਤੇ ਇੱਥੋਂ ਦੀ ਭੇਜੇ ਕਿਸਾਨ ਜਾਓ ਜੀ ਦਿੱਲੀ ਧਰਨਾ ਲਾ ਦਿਓ, ਅਸੀਂ ਨਾਲ ਆ। ਇਸ ਉੱਥੇ ਕਿਸਾਨ ਵਿਚਾਰੇ ਮਰੇ ਕੌਣ ਹੈ? ਕਿਸਾਨ, ਆਮ ਜਨਤਾ, ਆਮ ਕਿਸਾਨ। ਤੁਸੀਂ ਚਾਹੁੰਦੇ ਤੇ ਚੀਫ ਮਿਨਿਸਟਰ ਇੱਕ ਪ੍ਰਾਈਮ ਮਿਨਿਸਟਰ ਨੂੰ ਮਿਲ ਸਕਦਾ ਸੀ, ਟਾਈਮ ਕਿਉਂ ਨਹੀਂ ਦਿੰਦਾ? ਚੀਫ ਮਿਨਿਸਟਰ ਆਪਣਾ ਪ੍ਰਾਈਮ ਮਿਨਿਸਟਰ ਟਾਈਮ ਦਿੰਦਾ? ਇਹ ਦੂਜੀ ਸਿਆਸੀ ਪਾਰਟੀ ਵੀ ਸਵਾਲ ਉਠਾ ਰਹੀ ਹੈ। ਤੇ ਇਹ ਅਗਰ ਚਾਹੁੰਦੇ ਤੁਸੀਂ, ਉਹ ਜਿਹੜੇ ਸਾਡੇ ਏਡੇ ਸ਼ਹੀਦ ਹੋਏ ਨੇ ਉਹ ਬਚ ਜਾਂਦੇ। ਇੰਨੀ ਦੇਰ ਤੋਂ ਬੈਠੇ ਨੇ ਮਾਵਾਂ ਦੇ ਪੁੱਤ ਉੱਥੇ, ਘਰ ਛੱਡ ਕੇ ਆਪਣਾ, ਹੁਣ ਕਣਕ ਅੱਗ ਕੱਟਣੀ ਪੈ ਰਹੀ ਹੈ, ਹੁਣ ਆ ਰਹੇ ਨੇ ਜਾ ਰਹੇ ਨੇ ਵਿਚਾਰੇ। ਪਹਿਲੇ ਵਿਸਾਖੀ ਉੱਥੇ ਹੋਈ, ਉਹਨਾਂ ਦੀ ਕਿੰਨੇ ਤਿਉਹਾਰ ਉੱਥੇ ਮਨਾਉਣੇ ਪਏ। ਕੀ ਇਹ ਚੀਜ਼ ਹੱਲ ਨਹੀਂ ਹੋ ਸਕਦੀ? ਇੱਕ ਆਪਾਂ ਹਿੰਦੁਸਤਾਨ ਦੇ ਚੀਫ ਮਿਨਿਸਟਰ ਆ, ਹਿੰਦੁਸਤਾਨ ਦੇ ਪ੍ਰਾਈਮ ਮਿਨਿਸਟਰ ਨਾਲ ਗੱਲ ਕਰਨੀ ਹੈ, ਨਾ ਕਿ ਪਾਕਿਸਤਾਨ ਦੇ ਨਾਲ। ਇਹਦੇ ਤੋਂ ਟਾਈਮ ਹੀ ਨਹੀਂ ਮਿਲਦਾ। ਕੀ ਮਨਸ਼ਾ ਸਾਹਿਬ, ਤੁਸੀਂ ਇਹਦਾ ਮਤਲਬ ਕਿ ਮਨ ਦੇ ਵਿੱਚ ਖੋਟ ਹੈ ਜਿਹੜਾ ਰਾਜਨੀਤੀ ਸਿਆਸੀ ਕੰਮ ਹੋ ਰਿਹਾ? ਸਰਿਆਮ ਰਾਜਨੀਤੀ ਹੈ। ਟਾਲਮ ਨੂੰ ਬੀਜੇਪੀ ਨੇ ਕਈ ਵਾਰ ਕਿਹਾ, ਸੈਂਟਰ ਨੇ ਕਿਹਾ ਕਿ ਪੰਜਾਬ ਨੇ ਇਦਾਂ ਕੀਤਾ ਜੀ, ਪੰਜਾਬ ਚਾਹੁੰਦਾ ਨਹੀਂ ਕਿ ਇਦਾਂ। ਅਗਰ ਚਾਹੁੰਦਾ ਤੇ ਉਹ ਵਿੱਚ ਮੀਡੀਏਟਰ ਬੰਦਾ। ਮੈਂ ਤਾਂ ਕਹਿੰਦਾ ਚੀਫ ਮਿਨਿਸਟਰ ਐਜ਼ ਏ ਮੀਡੀਏਟਰ ਬੰਦੇ ਕਿਸਾਨਾਂ ਦੇ ਤੇ ਸੈਂਟਰ ਸਰਕਾਰ ਦੇ ਵਿੱਚ। ਦੂਸਰੀ ਜਿਹੜੀ ਡਿਵੈਲਪਮੈਂਟ ਦੀਆਂ ਗੱਲਾਂ ਕਰਦੇ ਆ, ਉਹ ਜੁਲਾਈ ਤੋਂ ਲਾਗੂ ਹੋਏਗਾ। ਠੀਕ ਹੈ ਜੀ, ਤੁਸੀਂ ਕਰ ਦਿੱਤਾ, ਤੁਹਾਨੂੰ ਪ੍ਰੈਸ਼ਰ ਸੀ, ਇਲੈਕਸ਼ਨ ਆ ਗਿਆ, ਕਰ ਦਿੱਤਾ। 2 ਮਹੀਨੇ ਦੇ ਵਿੱਚ ਕਿਹਨੂੰ ਮਿਲਣਾ ਹੈ, ਕਿਹਨੂੰ ਨਹੀਂ ਮਿਲਣਾ। ਤੁਸੀਂ ਨਾਲ ਦਾ ਰਾਜ ਦੇਖੋ, ਸਾਡੇ ਹਰਿਆਣੇ ਦੇ ਵਿੱਚ ਪੈਨਸ਼ਨ, ਵਿਧਵਾ ਪੈਨਸ਼ਨ 2500 ਰੁਪਏ, ਆਪਾਂ 750 ਤੋਂ 1500 ਕੀਤਾ, ਉਹ ਵੀ ਹਾਲੇ ਲਾਗੂ ਨਹੀਂ ਹੋਇਆ। ਹਾਲੇ ਪਤਾ ਨਹੀਂ ਅਗਲੇ ਮਹੀਨੇ ਜੁਲਾਈ 'ਚ ਹੀ ਹੋਣਾ ਜੀ। ਜੁਲਾਈ 'ਚ ਹੋਣਾ। ਤੇ 2 ਮਹੀਨੇ ਤੱਕ ਤੁਸੀਂ ਹਾਲਾਤ ਦੇ ਦੇਖੋ, ਆਪਣੇ ਸਟੇਟ ਦੀ ਇਕਨੋਮੀ ਕਿੱਥੇ ਗਈ ਹੈ ਇਸ ਟਾਈਮ। ਕੋਵਿਡ ਦੇ ਵਿੱਚ ਕਿੰਨਾ ਨੁਕਸਾਨ ਹੋਇਆ, ਉਹਨੂੰ ਕਿੱਦਾਂ ਅਸੀਂ ਲੜ ਰਹੇ ਹਾਂ। ਜਦੋਂ ਤੇ ਸਰਕਾਰਾਂ ਨੂੰ ਆਪਣੇ ਤੇ ਖਰਚਾ ਕਰਨਾ, ਉਹ ਤੇ ਆਪ ਤੇ ਫਿਰ ਸਟੇਟ ਗਵਰਨਮੈਂਟ ਦੇ ਪੈਸੇ ਖਰਚਦੀ ਹੋ, ਚਾਹੇ ਉਹ ਕਿਤੇ ਫੰਕਸ਼ਨ ਕਰਨਾ ਹੈ, ਕਿਤੇ ਬਾਹਰ ਜਾਣਾ। ਤੇ ਜਦੋਂ ਕੋਵਿਡ ਆ ਜਾਂਦਾ ਫਿਰ ਤੁਸੀਂ ਇੰਡਸਟਰੀ ਵਾਲੇ ਹੈਲਪ ਕਰੋ ਜੀ, ਫਿਰ ਤੁਸੀਂ ਆਮ ਜਨਤਾ ਸਾਨੂੰ ਫੰਡ ਦਿਓ ਜੀ। ਉਹ ਕਿਉਂ ਜੀ? ਆਮ ਜਨਤਾ ਕਾਹਦੇ ਸੇ ਚੁਣਿਆ ਤੁਹਾਨੂੰ? ਇੱਥੇ ਕੋਵਿਡ ਦੇ ਕਰਕੇ ਸਾਡਾ ਇੰਜੈਕਸ਼ਨ ਦੀ ਪੂਰਤੀ ਨਹੀਂ ਹੋ ਰਹੀ। ਕਿਹਦਾ ਕੰਮ ਹੈ ਇਹ? ਕਰੋ, ਇਹ ਸਰਕਾਰ ਦਾ ਹੀ ਕੰਮ ਹੈ ਨਾ। ਸਰਕਾਰ ਨੂੰ ਕਰਨਾ ਪਏਗਾ ਇਹ ਇਸ ਮੁੱਦਿਆਂ ਤੋਂ ਹਟ ਕੇ ਜਿਹੜੇ ਆਮ ਬੰਦਿਆਂ ਦੇ ਮੁੱਦੇ ਨੇ ਉਹਨਾਂ ਨੂੰ ਵੀ ਟੱਚ ਕਰਨਾ ਪਏਗਾ। ਜੋ ਸਰਕਾਰ ਨੇ ਕਿਹਾ ਸੀ ਕਿ 5 ਰੁਪਏ ਬਿਜਲੀ ਕਰਾਂਗੇ, ਹਾਲੇ ਤੱਕ ਨਹੀਂ ਹੋਈ। ਲੋਕ ਵੇਟ ਕਰੀ ਜਾਂਦੇ ਆ। ਮਹਾਰਾਸ਼ਟਰ ਤੋਂ ਬਾਅਦ ਸਾਡੇ यहाँ ਬਿਜਲੀ ਮਹਿੰਗੀ ਹੈ। ਇਹ ਸਾਰੇ ਮੁੱਦੇ ਦੇਖੋ ਜੀ, ਇਹ ਹੈਗੇ ਆ, ਇਹਨੂੰ ਤੁਸੀਂ ਨਕਾਰ ਨਹੀਂ ਸਕਦੇ। ਔਰ ਆਉਣ ਵਾਲੇ ਇਲੈਕਸ਼ਨ 'ਚ ਲੋਕ ਇਹਨਾਂ ਦਾ ਹਿਸਾਬ ਲੈਣਗੇ। ਮੈਂ ਕਰਨਜੀਤ ਦੀ ਗੱਲ ਨਾਲ ਬਿਲਕੁਲ ਸਹਿਮਤ ਹਾਂ। ਜਿਹੜੇ ਵੀ ਕਿਸਾਨਾਂ ਨੂੰ, ਭੋਲੇ ਭਲੇ ਕਿਸਾਨਾਂ ਨੂੰ ਉੱਥੇ ਤੋਰਤਾ। ਦੇਖੋ 2019 ਦੇ ਵਿੱਚ ਇਹ ਪਾਵਰ ਕਮੇਟੀ ਹੈ, ਜਦੋਂ ਸੈਂਟਰ ਨੇ ਮੁੱਖ ਮੰਤਰੀ ਕਮੇਟੀ ਬਣਾਈ, ਕੈਪਟਨ ਸਾਹਿਬ ਨੇ ਆ ਚਿੱਠੀ ਲਿਖ ਕੇ ਕਿਹਾ ਕਿ ਮੈਨੂੰ ਇਹ 'ਚ ਮੈਂਬਰ ਬਣਾਓ। ਇਹ ਜਾ ਕੇ ਦਸਤਖਤ ਇਹਨਾਂ ਬਿੱਲਾਂ ਦੇ ਕਰਕੇ ਆਉਂਦੇ ਪਏ ਨੇ। ਉਸ ਤੋਂ ਬਾਅਦ ਇਹ ਕਿ ਡਰਾਮਾ ਕਰਦੇ ਪਏ। ਉਹ ਜਨ ਜ਼ਾਹਰ ਹੋਈ, ਤੁਹਾਡੀ ਨੌਲੇਜ ਤਾਂ ਹੈਗਾ, ਪਾਵਰ ਕਮੇਟੀ ਦੇ ਮੈਂਬਰ ਹੋਏ ਨੇ ਜਿਹੜੀ ਸਟੇਟਾਂ ਦੇ ਮੁੱਖ ਮੰਤਰੀ। ਇਹ ਕਿਹੜੇ ਮੂੰਹ ਨਾਲ ਜਾ ਕੇ ਉਹਨਾਂ ਵਿਚਾਰਾ ਸਮਝੌਤਾ ਕਰਾਂਗੇ? ਗੱਲ ਅਸਲ ਦੇ ਵਿੱਚ ਈਡੀ ਦਾ ਪ੍ਰੈਸ਼ਰ ਜਿਹੜਾ ਉਹਨਾਂ ਦਾ ਪ੍ਰੈਸ਼ਰ ਹੈ, ਇਹ ਬੀਜੇਪੀ ਸਰਕਾਰ ਤੋਂ ਡਰਦੇ ਨਹੀਂ ਕਿ ਜਾਏ ਕਿਤੇ ਜੇ ਅਸੀਂ ਉਸ ਪਾਸੇ ਤੁਰ ਪਏ, ਈਡੀ ਕਿਹੜੇ ਸਾਰੇ ਹੋਰ ਚਿੱਠੇ ਨਾ ਖੋਲਦੇ ਸਾਡੇ। ਇਸ ਗੱਲ ਦਾ ਪ੍ਰੈਸ਼ਰ ਇਹਨਾਂ ਤੇ। ਚਲੋ, ਲੋਕਾਂ ਨੂੰ ਵੀ ਪਤਾ ਵੀ ਕਿਸਾਨਾਂ ਦਾ ਵੋਟ ਬੈਂਕ ਬਹੁਤ ਵੱਡਾ ਹੈ, ਕਿ ਕੋਈ ਵੀ ਖੋਣਾ ਨਹੀਂ ਚਾਹੁੰਦਾ, ਨਾ ਅਕਾਲੀ ਦਲ ਖੋਣਾ ਚਾਹੁੰਦਾ, ਨਾ ਕਾਂਗਰਸ ਖੋਣਾ ਚਾਹੁੰਦੀ ਹੈ। ਲਾਸਟ ਤੁਹਾਡਾ ਕੀ ਵਿਊ ਹੈ? ਰਿਵਿਊ ਇਹ ਜੀ ਕਿ ਕੈਪਟਨ ਸਾਹਿਬ ਨੇ ਹਮੇਸ਼ਾ ਹੀ ਕਿਸਾਨਾਂ ਦੇ, ਆਮ ਲੋਕਾਂ ਦੇ ਹੱਕ ਦੀ ਗੱਲ ਕੀਤੀ ਹੈ। ਅਗਰ ਕੈਪਟਨ ਸਾਹਿਬ ਪੰਜਾਬ ਵਿੱਚ ਹੀ ਅੰਦੋਲਨ ਜਦੋਂ ਸ਼ੁਰੂ ਹੋਇਆ ਸੀ ਉਦੋਂ ਹੀ ਦਬਾ ਲੈਂਦੇ, ਸ਼ਾਇਦ ਪੰਜਾਬ ਇਹ ਅੰਦੋਲਨ ਐਡੇ ਵੱਡੇ ਲੈਵਲ ਤੇ ਨਾ ਹੁੰਦਾ। ਅੱਜ ਬੀਬੀ ਹਰਸਿਮਰਤ ਕੌਰ, ਸੁਖਬੀਰ ਬਾਦਲ, ਜੋ ਬੀਜੇਪੀ ਨਾਲ ਗਠਬੰਧਨ ਸੀ, ਉਹਨਾਂ ਦੀ ਹਮਾਇਤੀ ਪਾਰਟੀ ਸੀ, ਐਡੇ ਵੱਡੇ ਸਟੈਪ ਚੱਕਣ ਤੋਂ ਬਾਅਦ ਸਿਰਫ ਆਪਣੇ ਆਪ ਨੂੰ ਸੱਚਾ ਸਾਬਤ ਕਰਨ ਲਈ, ਠੀਕ ਹੈ ਜੀ, ਤੇ ਅੱਜ ਕੈਪਟਨ ਸਾਹਿਬ ਤੇ ਨਿਸ਼ਾਨੇ ਲਾ ਰਹੀ ਹੈ। ਅਦਰਵਾਈਜ਼ ਬੀਜੇਪੀ ਜਿੰਨੀ ਗੁਨੇਗਾਰ ਹੈ, ਓਨੀ ਹੀ ਅਕਾਲੀ ਦਲ ਪਾਰਟੀ ਵੀ ਗੁਨੇਗਾਰ ਹੈ, ਕਿਉਂਕਿ ਉਹ ਸਹਿਯੋਗੀ, ਪੰਜਾਬ ਵਿੱਚ ਸਹਿਯੋਗੀ ਪਾਰਟੀ ਹੈ। ਕੈਪਟਨ ਸਾਹਿਬ ਨੇ ਹਮੇਸ਼ਾ ਹੀ ਆਮ ਲੋਕਾਂ ਦੇ ਹਿੱਤ ਦੀ ਗੱਲ ਕੀਤੀ ਹੈ, ਪੰਜਾਬ ਦੀ ਡਿਵੈਲਪਮੈਂਟ ਦੀ ਗੱਲ ਕੀਤੀ ਹੈ। ਨਾ ਉਹ ਕਹਿੰਦੇ ਇੱਥੇ ਕੁਰਬਾਨੀ ਦੇ ਦਿੱਤੀ, ਉਹਨਾਂ ਦਾ ਅਸਤੀਫਾ ਦੇ ਦਿੱਤਾ, ਛੱਡ ਦਿੱਤਾ। ਕੁਰਬਾਨੀ ਦੇਣੀ ਪਈ ਜੀ, ਜਦੋਂ ਆਮ ਜਨਤਾ ਇਹਨਾਂ ਦੇ ਉਲਟ ਹੋ ਗਈ, ਮਜਬੂਰੀ ਦੇਣੀ ਉਹ ਇਹ ਰਿਜ਼ਾਈਨ ਕਰ ਦਿੰਦੀ ਕਾਂਗਰਸ, ਸਾਰੇ ਐਮਪੀ ਕਰਦੇ ਰਿਜ਼ਾਈਨ ਜਾ ਕੇ ਰਿਜ਼ਾਈਨ ਤੁਸੀਂ ਸਿਰਫ ਉੱਥੋਂ ਰਿਜ਼ਾਈਨ ਕੀਤਾ, ਬੀਜੇਪੀ ਨੇ ਗਠਬੰਧਨ ਤੋੜਿਆ। ਤੁਸੀਂ ਕਦੀ ਐਮਪੀ ਥੋੜੀ ਰਿਜ਼ਾਈਨ ਕੀਤਾ, ਐਮਪੀ ਤੋਂ ਰਿਜ਼ਾਈਨ ਕਰੋ ਤੁਸੀਂ।
ਤੁਸੀਂ ਮੇਰੀ ਕਾਂਗਰਸ ਪਾਰਟੀ ਨੇ ਹੀ ਅੱਜ ਉਹਨਾਂ ਨੂੰ ਥੋੜੇ ਇੱਕ ਆਟੇ ਲੈਵਲ ਦੇ ਥੋੜੇ ਆਟੇ ਆ ਕੇ ਰਿਜ਼ਾਈਨ ਕਰਦੇ ਉੱਤੇ ਜਾ ਕੇ, ਉਹ ਕਿਉਂ ਨਹੀਂ ਗਏ ਉੱਥੇ? ਨਹੀਂ ਆਪਾਂ ਆਟੇ ਐਮਪੀ ਲੋਕ ਸਭਾ 'ਚ ਕਿਉਂ ਨਹੀਂ ਬੋਲੇ? ਗਠਬੰਧਨ ਤੋੜਿਆ ਇਸ ਕਰਕੇ ਕਿ ਆਪਾਂ ਸੱਚੇ ਹੋ ਜਾਈਏ ਪੰਜਾਬ ਦੇ ਕਿਸਾਨਾਂ ਦੇ ਸਾਹਮਣੇ, ਇਸ ਤੋਂ ਇਲਾਵਾ ਕੁਝ ਨਹੀਂ ਹੈ। ਇਹ ਸਿਰਫ ਮਗਰਮੱਛ ਦੇ ਅੰਜੂ ਨੇ ਜਿਹੜੇ ਆਪਾਂ ਲੋਕਾਂ ਨੂੰ ਦਿਖਾਉਣ ਲਈ ਰੋ ਰਹੇ ਹਾਂ। ਮੇਰਾ ਸਾਹਿਬ ਨਿਚੋੜ ਇਹੀ ਹੈ ਕਿ ਦੋਨੋਂ ਰਾਜਨੀਤੀ ਕਰ ਰਹੇ ਆ। ਕੈਪਟਨ ਸਾਹਿਬ ਨੂੰ ਵੀ ਪਤਾ ਹੈ ਤੇ ਹੋਰ ਪਾਰਟੀਆਂ ਨੂੰ ਵੀ ਜਿਹੜੇ ਸੀਨੀਅਰ ਨੇ ਉਹਨਾਂ ਨੂੰ ਪਤਾ ਹੈ ਜਿਹੜਾ ਕਾਨੂੰਨ ਦੇਸ਼ ਦੇ ਵਿੱਚ ਬਣ ਗਿਆ ਪਾਰਲੀਮੈਂਟ 'ਚ, ਉਹ ਨਹੀਂ ਏਦਾਂ ਹੀ ਖਤਮ ਹੁੰਦਾ। ਉਹਨੂੰ ਪਾਰਲੀਮੈਂਟ 'ਚ ਦੁਬਾਰਾ ਹੀ ਲਿਆ ਕੇ ਉਹਨੂੰ ਦੁਬਾਰਾ ਕਰਨਾ ਪਏਗਾ। ਐਡਾ ਸੌਖਾ ਨਹੀਂ ਹੈਗਾ। ਕੋਈ ਸਟੇਟ ਕਹੀ ਜਾਵੇ, ਚਾਹੇ ਕੈਪਟਨ ਸਾਹਿਬ ਨੇ ਵੀ ਕਿਹਾ ਸੀ ਕਿ ਅਸੀਂ ਕਰ ਦਾਂਗੇ, ਰਿਵਿਊ ਕਰ ਦਾਂਗੇ, ਲੇਕਿਨ ਉਹੀ ਹੈ ਕੈਪਟਨ ਸਾਹਿਬ ਨੇ ਪਹਿਲੇ ਸਭ ਨਾਲੋਂ ਪਹਿਲਾਂ ਇਹਨਾਂ ਨੇ ਆਪਣੀ ਵਿਧਾਨ ਸਭਾ ਵਿੱਚ ਉਸ ਜਿਹੜੇ ਭਾਈ ਸਾਹਿਬ ਸਹੀ ਕਹਿ ਰਹੇ ਨੇ ਉਹਨਾਂ ਨੂੰ ਰੱਦ ਕਰਨ ਦੀ ਕੋਸ਼ਿਸ਼ ਕੀਤੀ, ਬਟ ਹੋ ਨਹੀਂ ਸਕਦਾ ਜੋ ਤੁਸੀਂ ਸਹੀ ਕਹਿ ਰਹੇ ਹੋ। ਕਿਉਂ ਨਹੀਂ, ਫਿਰ ਕਿਉਂ ਲਿਆਂਦਾ ਡਰਾਮੇ? ਬਿਲਕੁਲ ਸਹੀ ਕਹਿ ਰਹੇ ਹੋ, ਰੱਦ ਹੋ ਨਹੀਂ ਸਕਦਾ। ਕੋਸ਼ਿਸ਼ ਕੀਤੀ ਦੁਬਾਰਾ ਵਿਧਾਨ ਸਭਾ 'ਚ ਮਤਾ ਲਿਆ ਕੇ ਉਹਨਾਂ ਨੇ ਪਾਸ ਕੀਤਾ ਤਾਂ ਕਿ ਰੱਦ ਕਰਨ, ਦੁਬਾਰਾ ਲਿਆਂਦਾ ਸੀ। ਚਲੋ ਬਿਲਕੁਲ, ਹੁਣ ਮੇਰੇ ਕੋਲ ਥੋੜਾ ਜਿਹਾ ਸਮੇਂ ਦੀ ਕਮੀ ਹੈ। ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਕਿਉਂਕਿ ਇਸ ਚਰਚਾ ਵਿੱਚ ਆਂਦਾ ਇਹ ਚਰਚਾ ਜਿਹੜੀ ਹੈ ਇਹ ਨਾ ਮੁੱਕਣ ਵਾਲੀ ਹੈ, ਕਿਉਂਕਿ ਇਹ ਮੁੱਕੂ ਉਦੋਂ ਜਦੋਂ 2022 ਦੇ ਇਲੈਕਸ਼ਨਾਂ 'ਚ ਲੋਕਾਂ ਨੇ ਜਵਾਬ ਦਿੱਤਾ ਔਰ ਲੋਕ ਹੀ ਆਪਣੀ ਵੋਟ ਰਾਹੀਂ ਜਵਾਬ ਦੇਣਗੇ ਵੀ ਵਾਕਈ ਜੋ ਭਗਵੰਤ ਮਾਨ ਕਹਿ ਰਿਹਾ ਉਹ ਸਹੀ ਹੈ ਕਿ ਗਲਤ ਹੈ। ਇਹ ਤਾਂ 2022 ਦੇ ਵਿੱਚ ਹੀ ਫੈਸਲਾ ਹੋਣਾ, ਕਿਉਂਕਿ ਇੱਕ ਦੂਜੇ ਤੇ ਜਿਹੜੇ ਇਹ ਸਿਆਸੀ ਕਟਾਸ਼ ਨਿਕਾਲੀ ਜਾ ਰਹੀ ਹੈ ਉਹਦਾ ਜਿਹੜਾ ਹੈ ਇਸ ਵੇਲੇ ਖਮਿਆਜਾ ਲੋਕ ਭੁਗਤ ਰਹੇ ਨੇ। ਦੂਸਰੀ ਪਾਰਟੀ ਕਹਿ ਰਹੀ ਹੈ ਵੀ ਇਹਨਾਂ ਨੇ ਠੱਗ ਲਿਆ, ਗਲਤ ਠੱਗ ਲਿਆ। ਦੂਸਰੀ ਕਹਿ ਰਹੇ ਵੀ ਨਹੀਂ, ਇਹ ਸਾਡਾ ਜਿਹੜਾ ਬੇਅਦਬੀ ਹੋਈ ਆ ਉਹਦਾ ਹਾਲ ਤੱਕ ਫੈਸਲਾ ਨਹੀਂ ਹੋਇਆ। ਜਿਹੜੇ ਦੋ ਨੌਜਵਾਨ ਮਰੇ ਉਹਨਾਂ ਨੂੰ ਇਨਸਾਫ ਕਦੋਂ ਮਿਲੇਗਾ? ਇਹ ਸਾਰੇ ਸਵਾਲ ਨੇ, ਹਜੇ ਕਟਾਰੇ 'ਚ ਖੜੇ ਨੇ ਔਰ ਦੇਖਣਾ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਕੀ ਜਵਾਬ ਦਿੰਦੇ ਨੇ ਤੇ ਸਿਆਸੀ ਪਾਰਟੀਆਂ ਜਿਹੜਾ ਕਿਸਾਨਾਂ ਨੂੰ ਆਪਣਾ ਵੋਟ ਬੈਂਕ ਬਣਾ ਕੇ ਉਹਨਾਂ ਨੂੰ ਅੱਗੇ ਹਥਿਆਰ ਬਣਾ ਕੇ ਚੱਲ ਰਹੇ ਨੇ। ਦੇਖਣਾ ਹੋਊਗਾ ਕਿ ਕਿਸਾਨ ਕਿਸ ਪਲੜੇ ਤੇ ਬੈਠਦੇ ਨੇ, ਕਿੱਧਰ ਉਹ ਆਪਣਾ ਰੁਖ ਬਣਾਉਂਦੇ ਤੇ ਕਿਹੜੀ ਪਾਰਟੀ ਤੇ ਹੱਥ ਰੱਖਦੇ ਨੇ ਜਿਹਦਾ ਪਰਚਮ 2022 'ਚ ਲਹਿਰਾ ਜਾਊਗਾ। ਇੰਨਾ ਕਹਿੰਦੇ ਹੋਏ ਰੇਸ਼ਮਾ ਨੂੰ ਦਿਓ ਇਜਾਜ਼ਤ। ਧੰਨਵਾਦ।